ਵਾਹਿਗੁਰੂ ਸਾਹਿਬ ਜੀ। ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਐਸੀ ਲਾਲ ਤੁਝ ਬਿਨ ਕੌਣ ਕਰੈ। ਗਰੀਬ ਨਿਵਾਜ ਗੁਸਈਆ ਮੇਰਾ, ਮਾਥੈ ਛਤਰ ਧਰੈ। ਐਸੀ ਲਾਲ ਤੁਝ ਬਿਨ ਕੌਣ ਕਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗ ਜੁਗ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ, ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਮਾਰੂ। ਰਾਗ ਮਾਰੂ ਦੇ ਅੰਦਰ ਬਾਣੀ ਰਵਿਦਾਸ ਜੀਓ ਕੀ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭਗਤ ਰਵਿਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਦਰਜ ਕਰਵਾ ਰਹੇ ਹਨ। ਇੱਕ ਓੰਕਾਰ, ਇੱਕ ਅਦੁੱਤੀ ਬ੍ਰਹਮ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦਿ ਜੋ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਐਸੀ ਲਾਲ ਤੁਝ ਬਿਨ ਕੌਣ ਕਰੈ। ਸਾਧ ਸੰਗਤ ਜੀਓ, ਇਹ ਪਾਵਨ ਸ਼ਬਦ ਦੀ ਉਥਾਨਕ ਇਸ ਪ੍ਰਕਾਰ ਹੈ। ਜਿਸ ਸਮੇਂ ਭਗਤ ਰਵਿਦਾਸ ਜੀ ਦਾ ਪ੍ਰਤਾਪ ਬਹੁਤ ਵੱਧ ਗਿਆ, ਉਸ ਸਮੇਂ ਭਗਤ ਰਵਿਦਾਸ ਜੀ ਦੀ ਸ਼ੋਭਾ ਸੁਣ ਕੇ ਚਿਤੌੜਗੜ੍ਹ ਦੀ ਰਾਣੀ ਝਾਲਾਂ ਬਾਈ ਭਗਤ ਜੀ ਦੀ ਦਾਸੀ ਬਣ ਗਈ ਅਤੇ ਉਪਦੇਸ਼ ਲੈ ਕੇ ਸਿਮਰਨ ਕਰਨ ਲੱਗੀ। ਇਸ ਈਰਖਾ ਦੇ ਕਾਰਨ ਕੁਝ ਈਰਖਾਲੂ ਬ੍ਰਾਹਮਣਾਂ ਨੇ ਚਿਤੌੜਗੜ੍ਹ ਦੇ ਰਾਜੇ ਕੋਲ ਸ਼ਿਕਾਇਤ ਕੀਤੀ ਕਿ ਤੇਰੀ ਰਾਣੀ ਨੇ ਵੱਡੇ ਵੱਡੇ ਬ੍ਰਾਹਮਣਾਂ ਨੂੰ ਛੱਡ ਕੇ ਇੱਕ ਚਮਿਆਰ ਨੂੰ ਗੁਰੂ ਧਾਰਨ ਕਰ ਲਿਆ ਹੈ। ਰਾਜੇ ਦੇ ਪੁੱਛਣ ਤੇ ਰਾਣੀ ਨੇ ਕਿਹਾ ਕਿ ਠੀਕ ਕਹਿੰਦੇ ਨੇ, ਕਿਉਂਕਿ ਗੁਰੂ ਉਸ ਨੂੰ ਧਾਰਨ ਕਰੀਦਾ ਜੋ ਰੱਬ ਨਾਲ ਪ੍ਰੀਤੀ ਜੋੜ ਦੇਵੇ। ਉਹਨਾਂ ਨੇ ਮੇਰੀ ਬਿਰਤੀ, ਮੇਰੀ ਪ੍ਰੀਤੀ ਪਰਮਾਤਮਾ ਨਾਲ ਜੋੜੀ ਹੈ। ਇਸ ਲਈ ਮੈਂ ਭਗਤ ਰਵਿਦਾਸ ਜੀ ਨੂੰ ਹੀ ਆਪਣਾ ਗੁਰੂ ਧਾਰਨ ਕੀਤਾ ਹੈ। ਤੁਸੀਂ ਆਪ ਹੀ ਪਰਖ ਕਰਕੇ ਵੇਖ ਲਵੋ, ਇਹ ਬ੍ਰਾਹਮਣ ਰੱਬ ਦੀ ਪ੍ਰੀਤੀ ਨਹੀਂ ਲਾ ਸਕਦੇ, ਕਿਉਂਕਿ ਇਹ ਤਾਂ ਆਪ ਮਾਇਆ ਵਿੱਚ ਫਸੇ ਹੋਏ ਨੇ। ਤਦੋਂ ਰਾਜੇ ਨੇ ਆ ਕੇ ਕਿਹਾ, ਹੇ ਬ੍ਰਾਹਮਣੋ, ਤੁਸੀਂ ਰਵਿਦਾਸ ਨਾਲ ਈਰਖਾ ਕਰਕੇ ਆਏ ਹੋ, ਦੱਸੋ ਤੁਹਾਨੂੰ ਚਾਹੀਦਾ ਕੀ ਹੈ।
ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਵੀ ਕੁਝ ਦਾਨ ਚਾਹੀਦਾ। ਤਦੋਂ ਰਾਣੀ ਨੇ ਕਿਹਾ ਕਿ ਹੁਣ ਤੁਸੀਂ ਜਾਵੋ, ਅਸੀਂ ਕੋਈ ਦਿਨ ਮਿੱਥ ਕੇ ਜੱਗ ਕਰਾਂਗੇ, ਉਦੋਂ ਤੁਹਾਨੂੰ ਸਾਰਿਆਂ ਨੂੰ ਦਾਨ ਦਿੱਤਾ ਜਾਵੇਗਾ। ਇਹ ਗੱਲ ਸੁਣ ਕੇ ਬ੍ਰਾਹਮਣ ਚਲੇ ਗਏ। ਕੁਝ ਦਿਨਾਂ ਬਾਅਦ ਰਾਣੀ ਨੇ ਯੱਗ ਕਰਨ ਦੀ ਵਿਉਂਤ ਬਣਾਈ ਅਤੇ ਸਾਰੇ ਬ੍ਰਾਹਮਣਾਂ ਨੂੰ ਸੱਦਿਆ ਗਿਆ ਤੇ ਰਾਣੀ ਨੇ ਭਗਤ ਰਵਿਦਾਸ ਜੀ ਨੂੰ ਵੀ ਨਿਮੰਤਰਣ ਦਿੱਤਾ। ਭਗਤ ਜੀ ਨੇ ਕਿਹਾ ਕਿ ਜਾਤੀ ਅਭਿਮਾਨ ਵਾਲੇ ਪੰਡਤ ਨਫ਼ਰਤ ਕਰਨਗੇ, ਤੁਸੀਂ ਉਹਨਾਂ ਨੂੰ ਹੀ ਭੋਜਨ ਛਕਾ ਦੇਵੋ, ਸਾਡੀ ਖੁਸ਼ੀ ਹੋਈ ਖੁਸ਼ੀ ਹੈ। ਤਦ ਰਾਣੀ ਨੇ ਜੇ ਬਹੁਤ ਜ਼ਿਆਦਾ ਜ਼ੋਰ ਲਾਇਆ, ਉਹਦੇ ਜ਼ਿਆਦਾ ਕਹਿਣ ਦੇ ਭਗਤ ਜੀ ਨੇ ਯੱਗ ਵਿੱਚ ਜਾਣ ਲਈ ਹਾਂ ਤਾਂ ਕਰ ਦਿੱਤੀ, ਪਰ ਉੱਥੇ ਤਾਂ ਖੱਲਰ ਮੱਚ ਗਿਆ। ਜਦੋਂ ਪੰਗਤਾਂ ਲਗਾ ਕੇ ਭੋਜਨ ਵਰਤਾਉਣ ਲੱਗੇ ਤਾਂ ਰਵਿਦਾਸ ਜੀ ਨੂੰ ਬੈਠਾ ਦੇ ਕੇ ਸਾਰੇ ਪੰਡਤ ਉੱਠ ਕੇ ਖੜ ਗਏ। ਕਹਿੰਦੇ ਛੂਤ ਲੱਗ ਗਿਆ, ਸਾਨੂੰ ਇਹਨੇ ਭਿੱਟ ਦਿੱਤਾ ਹੈ, ਇਹ ਸਾਡਾ ਅੰਨ ਹੀ ਪਿੱਟਿਆ ਗਿਆ। ਤਦੋਂ ਰਵਿਦਾਸ ਜੀ ਨੇ ਰਾਣੀ ਨੂੰ ਕਿਹਾ ਕਿ ਤੂੰ ਇਹਨਾਂ ਨੂੰ ਸੁੱਕੀ ਰਸ ਦੇ ਦੇ, ਇਹ ਆਪੇ ਹੀ ਤਿਆਰ ਕਰਕੇ ਛਕ ਲੈਣਗੇ ਤੇ ਅਸੀਂ ਕਿਤੇ ਹੋਰ ਥਾਂ ਜਾ ਕੇ ਬੈਠ ਜਾਂਦੇ ਆ। ਜਦੋਂ ਇਹ ਖਾ ਕੇ ਚਲੇ ਗਏ ਫਿਰ ਆਪਾਂ ਦੇਖ ਲਵਾਂਗੇ। ਇਉਂ ਜਦੋਂ ਬ੍ਰਾਹਮਣ ਆਪੇ ਭੋਜਨ ਤਿਆਰ ਕਰਕੇ ਖਾਣ ਲੱਗੇ ਤਾਂ ਪਰਮੇਸ਼ਰ ਨੇ ਆਪਣੇ ਭਗਤ ਦਾ ਨਿਰਾਦਰ ਨਾ ਸਹਾਰਦੇ ਹੋਇਆ ਦੋ ਦੋ ਬ੍ਰਾਹਮਣਾਂ ਦੇ ਵਿੱਚ ਇੱਕ ਇੱਕ ਰਵਿਦਾਸ ਬਿਠਾ ਦਿੱਤਾ। ਰਵਿਦਾਸ ਤਾਂ ਸੀ ਹੀ ਇੱਕ, ਜਿਹੜਾ ਪਾਸੇ ਹੋ ਕੇ ਪਹਿਲਾਂ ਹੀ ਬੈਠ ਗਿਆ, ਉਹ ਵਾਹਿਗੁਰੂ ਨੇ ਆਪ ਹੀ ਅਨੇਕ ਰੂਪ ਖਿਨ ਮਾਹੀ ਕੁਦਰਤ ਧਾਰਦਾ, ਅਨੇਕਾਂ ਹੀ ਰਵਿਦਾਸ ਦੇ ਰੂਪ ਬਣਾ ਕੇ ਉਹਨਾਂ ਦੇ ਵਿੱਚ ਖੁਦ ਆ ਬੈਠ ਗਿਆ। ਜਦੋਂ ਬ੍ਰਾਹਮਣ ਬੁਰਕੀ ਭਰਦੇ, ਰਵਿਦਾਸ ਵੀ ਨਾਲ ਹੀ ਬੁਰਕੀ ਤੋੜ ਕੇ ਭਰਦਾ। ਉਹਨਾਂ ਬ੍ਰਾਹਮਣਾਂ ਨੂੰ ਇੰਜ ਪ੍ਰਤੀਤ ਹੋਇਆ। ਤਦੋਂ ਇੱਕ ਸਿਆਣੇ ਬ੍ਰਾਹਮਣ ਨੇ ਕਿਹਾ ਕਿ ਪਰਮੇਸ਼ਰ ਨੂੰ ਹਰ ਜੀਉ ਅਹੰਕਾਰ ਨ ਭਾਵਈ, ਵੇਦ ਕੂਕ ਸੁਣਾਵੇ, ਜਾਤੀ ਅਭਿਮਾਨ ਪਸੰਦ ਨਹੀਂ ਹੈ। ਸਾਨੂੰ ਸਾਰਿਆਂ ਨੂੰ ਈਰਖਾ ਛੱਡ ਕੇ ਰਵਿਦਾਸ ਜੀ ਦੀ ਸ਼ਰਨ ਵਿੱਚ ਪੈ ਜਾਣਾ ਚਾਹੀਦਾ ਹੈ। ਇੰਜ ਸਾਰੇ ਬ੍ਰਾਹਮਣ ਜਾ ਭਗਤ ਦੇ ਚਰਨੀ ਬਏ। ਤਦੋਂ ਭਗਤ ਰਵਿਦਾਸ ਜੀ ਨੇ ਪਰਮੇਸ਼ਰ ਦਾ ਕੌਤਕ ਦੇਖ ਕੇ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦਿਆਂ ਪਾਵਨ ਸ਼ਬਦ ਉਚਾਰਿਆ। ਪਿਆਰ ਨਾਲ ਸੁਣੋ ਜੀ। ਐਸੀ ਲਾਲ ਤੁਝ ਬਿਨ ਕੌਣ ਕਰੈ। ਇਹ ਪਿਆਰੇ ਪ੍ਰਭੂ, ਅਜਿਹੀ ਪ੍ਰੀਤੀ, ਅਜਿਹੀ ਕਿਰਪਾ ਤੇਥੋਂ ਬਗੈਰ ਹੋਰ ਕਿਹੜਾ ਕਰ ਸਕਦਾ, ਭਾਵ ਕੋਈ ਨਹੀਂ ਕਰ ਸਕਦਾ। ਗਰੀਬ ਨਿਵਾਜ ਗੋਸਈਆ ਮੇਰਾ। ਇਹ ਗਰੀਬਾਂ ਨੂੰ ਨਿਵਾਜਣ ਵਾਲੇ ਪਰਮਾਤਮਾ, ਤੂੰ ਮੇਰਾ ਮਾਲਕ ਹੈ, ਤੂੰ ਮੇਰਾ ਸਿਰ ਦਾ ਸਾਈਂ ਹੈ। ਮਾਥੈ ਛਤਰ ਤਰੈ। ਮੇਰੇ ਮੱਥੇ ਭਾਵ ਮੇਰੇ ਸਿਰ ਉੱਪਰ ਜਸ ਰੂਪ ਛਤਰ ਧਾਰਨ ਕੀਤਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਜਾਗੀ ਛੋਤ ਜਗਤ ਕਉ ਲਾਗੈ। ਹੇ ਪਰਮਾਤਮਾ, ਜਿਸ ਰਵਿਦਾਸ ਦੀ ਭੇਟ ਸਾਰੇ ਸੰਸਾਰ ਦੇ ਬ੍ਰਾਹਮਣਾਂ ਨੂੰ ਲੱਗਦੀ ਹੈ, ਆਪਰ ਤੁਹੀ ਟਰੈ। ਉਸ ਰਵਿਦਾਸ ਤੇ ਤੂੰ ਹੀ ਢਲਣਾ ਕੀਤਾ, ਕਿਰਪਾ ਦ੍ਰਿਸ਼ਟੀ ਕਰਨ ਵਾਲਾ ਹੈ। ਨੀਚ ਹੈ ਊਚ ਕਰੈ ਮੇਰਾ ਗੋਬਿੰਦ। ਹੇ ਪਰਮਾਤਮਾ, ਤੂੰ ਮੇਰਾ ਐਸਾ ਸੁਆਮੀ ਹੈ ਜੋ ਨੀਵਿਆਂ ਤੋਂ ਉੱਚੇ ਕਰਦਾ ਹੈ। ਕਾਹੂ ਤੇ ਨਾ ਡਰੈ। ਅਤੇ ਕਿਸੇ ਤੋਂ ਵੀ ਡਰਦਾ ਨਹੀਂ ਹੈ। ਨਾਮਦੇਵ ਕਬੀਰ ਤ੍ਰਿਲੋਚਨ। ਹੇ ਪ੍ਰਭੂ, ਤੇਰੀ ਕਿਰਪਾ, ਤੇਰੀ ਭਗਤੀ ਕਰਕੇ ਭਗਤ ਨਾਮਦੇਵ ਜੀ
ਭਗਤ ਕਬੀਰ ਜੀ ਅਤੇ ਭਗਤ ਤਿਰਲੋਚਨ ਬ੍ਰਹਮਣ ਜੀ, ਸਦਨਾ ਸੈਨ ਤਰੈ ਅਤੇ ਭਗਤ ਸਦਨਾ ਜੀ ਅਤੇ ਭਗਤ ਸੈਨ ਨਾਈ ਜੀ ਆਦਿਕ ਨੀਵੇਂ ਸਮਝੇ ਜਾਣ ਵਾਲੇ ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਕਹਿ ਰਵਿਦਾਸ ਸੁਨਹੁ ਰੇ ਸੰਤਹੁ। ਭਗਤ ਰਵਿਦਾਸ ਜੀ ਕਥਨ ਕਰਦੇ ਨੇ ਕਿ ਹੇ ਸੰਤ ਜਨੋ, ਸਾਡੀ ਵਿਚਾਰ ਨੂੰ ਸੁਣਨਾ ਕਰੋ। ਹਰਿ ਜੀਉ ਤੇ ਸਭੈ ਸਰੈ। ਪ੍ਰਭੂ ਜੀ ਤੋਂ ਹੀ ਸਾਰਾ ਕੁਝ ਸਰ ਜਾਂਦਾ, ਭਾਵ ਬਣ ਆਉਂਦਾ, ਭਾਵ ਉਹ ਸਭ ਕੁਝ ਕਰਨ ਦੇ ਸਮਰੱਥ ਹੈ। ਮਾਰੂ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ ਭਗਤ ਰਵਿਦਾਸ ਜੀ। ਇਹ ਜਿਹੜਾ ਪਾਵਨ ਸ਼ਬਦ ਹੈ, ਪਹਿਲਾਂ ਸੂਰਠ ਰਾਗ ਅੰਦਰ ਵੀ ਕੁਝ ਪਾਠ ਭੇਦ ਕਰਕੇ ਆ ਚੁੱਕਾ ਹੈ, ਜਿਹਦੇ ਵਿੱਚ ਕਾਫੀ ਪਾਠਾਂ ਦੇ ਭੇਦ ਨੇ। ਆਓ ਮਾਰੂ ਰਾਗ ਦੇ ਸ਼ਬਦ ਦੀ ਕਥਾ ਸੁਣੋ ਜੀ। ਸੁਖ ਸਾਗਰ ਸੁਰਤਰ ਚਿੰਤਾ ਮਾਨ। ਜੋ ਪਰਮੇਸ਼ਰ ਸਾਰੇ ਸੁੱਖਾਂ ਦਾ ਸਮੁੰਦਰ ਹੈ, ਫਿਰ ਕਲਪ ਬ੍ਰਿਕਸ਼ ਚਿੰਤਾਮਣੀ। ਕਾਮ ਧੈਨ ਬਸ ਜਾ ਕੀ ਰੇ। ਇੱਥੇ ਕਾਮ ਧੈਨ ਦਲਾਵਾਂ ਦੇ ਨਾਲ ਹੈ। ਸੋਠ ਰਾਗ ਵਿੱਚ ਕਾਮ ਧੀਨ ਹੈ, ਫਿਰ ਸੋਠ ਰਾਗ ਚ ਸੁਰਤਰ ਰਾਰਾ ਮੁਕਤਾ, ਪਰ ਇੱਥੇ ਸੋਹਰੇ ਰਾਰੇ ਨੂੰ ਸਿਹਾਰੀ ਤੇ ਪਿਛਲੇ ਰਾਰੇ ਨੂੰ ਔਂਕੜ ਹੈ। ਸਾਗਰ ਵੀ ਔਂਕੜ ਦੇ ਨਾਲ ਸੋਠ ਰਾਗ ਵਿੱਚ ਸੀਗਾ, ਇੱਥੇ ਔਂਕੜ ਤੋਂ ਬਗੈਰ ਇੰਜ ਉਥੇ ਕਾਮ ਧੇਨ ਬਸ ਜਾ ਕੇ ਹੈ, ਇੱਥੇ ਜਾ ਕੇ ਰੇ ਨਾਲ ਹੈ। ਇਉਂ ਗੁਰੂ ਸਾਹਿਬ ਨੇ ਖੁਦ ਆਪ ਪਾਠਾਂ ਦੇ ਕੁਝ ਫਰਕ ਰੱਖੇ ਨੇ ਤਾਂ ਕਿ ਪਾਠੀ ਸਿੰਘ ਸਾਵਧਾਨੀ ਨਾਲ ਗੁਰਬਾਣੀ ਪੜ੍ਹਨ। ਜੋ ਪਰਮੇਸ਼ਰ ਹੈ ਉਹ ਸੁੱਖਾਂ ਦਾ ਸਮੁੰਦਰ, ਕਲਪ ਬ੍ਰਿਕਸ਼, ਚਿੰਤਾਮਣੀ ਦੀ ਤਰ੍ਹਾਂ। ਹੇ ਭਾਈ, ਕਾਮ ਤੀਨ ਗਾਂ ਆਦਿਕ ਜਿਸ ਦੇ ਵਸ ਅਧੀਨ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੀਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਹੈ ਮੇਰੇ ਮਨ। ਚਾਰ ਪਦਾਰਥ ਅਸ਼ਟ ਮਹਾ ਸਿੱਧ। ਇੱਥੇ ਪਾਠ ਹੈ ਮਹਾ ਸਿੱਧ। ਸੋਠ ਰਾਗ ਵਾਲੇ ਸ਼ਬਦ ਹੈ ਦਸਾ ਸਿੱਧ। ਸੋ ਮਹਾਰਾਜ ਕਹਿੰਦੇ ਨੇ ਰਵਿਦਾਸ ਜੀ ਦੀ ਰਚਨਾ ਤੋਂ ਫਿਰ ਧਰਮ ਅਰਥ ਕਾਮ ਮੋਖ ਰੂਪ ਚਾਰੇ ਪਦਾਰਥ ਤੇ 8 ਜੋ ਵੱਡੀਆਂ ਮੁੱਖ ਸਿੱਧੀਆਂ ਹਨ। ਨਵਨਿਧ ਕਰ ਤਲ ਤਾਕੈ। ਇੱਥੇ ਤਾਕ ਹੈ, ਉੱਥੇ ਹੈ ਤਾਕੇ ਸੋਠ ਰਾਗ ਵਿੱਚ। ਫਿਰ 9 ਨਿਧੀਆਂ ਉਸ ਪਰਮਾਤਮਾ ਦੇ ਹੱਥਾਂ ਦੀਆਂ ਤਲੀਆਂ ਉੱਪਰ ਪਈਆਂ ਹੋਈਆਂ ਹਨ। ਹਰ 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 ਨਾ ਜਪਸ ਰਸਨਾ। ਇਹ ਭਾਈ, ਹਰੇਕ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਨੂੰ ਜਾਂ ਸ਼ਰਵਣ ਦੁਆਰਾ ਪ੍ਰਮਾਣਗਤ ਸੰਸੇ ਨੂੰ ਹਰਨ ਵਾਲੇ, ਮੰਨਣ ਦੁਆਰਾ ਪਰਮੇਗਤ ਸੰਸੇ ਨੂੰ ਹਰਨ ਵਾਲੇ, ਅਤੇ ਨਿਧਿਆਸਨ ਦੁਆਰਾ ਵਿਪਰਜ ਸੰਸੇ ਨਾਸ਼ ਕਰਨ ਵਾਲੇ ਪਰਮੇਸ਼ਰ ਨੂੰ ਆਪਣੀ ਰਸਨਾ ਜ਼ਬਾਨ ਦੁਆਰਾ ਤੂੰ ਜਪਣ ਕਰ। ਅਵਰ ਸਭ ਛਾੜ ਬਚਨ ਰਚਨਾ। ਇੱਥੇ ਹੈ ਛਾੜ, ਉੱਥੇ ਹੈ ਅਵਰ ਸਭ ਤਿਆਗ। ਇੱਥੇ ਹੈ ਜਪਸ ਰਸਨਾ, ਉੱਥੇ ਹੈ ਜਪ ਹੈ ਰਸਨਾ। ਇਉਂ ਕਾਫੀ ਫਰਕ ਨੇ।
ਹੋਰ ਸਾਰੀਆਂ ਬਾਣੀਆਂ ਦੀਆਂ ਰਚਨਾਵਾਂ ਕਵਿਤਾਵਾਂ ਨੂੰ ਛੱਡਣਾ ਕਰ। ਇਸੇ ਪ੍ਰਕਾਰ ਅਵਰ ਸਭ ਛਾੜ ਬਚਨ ਰਚਨਾ। ਜੇਕਰ ਜੰਮਣ ਮਰਨ ਤੋਂ ਬਚਣਾ ਚਾਹੁੰਦਾ ਹੈ, ਭਾਵ ਮੁਕਤ ਹੋਣਾ ਚਾਹੁੰਦਾ ਹੈ, ਤਾਂ ਹੋਰ ਕੱਚੀਆਂ ਰਚਨਾਵਾਂ ਨੂੰ ਤਿਆਗ ਦੇਣਾ ਕਰ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਨਾਨਾ ਖਿਆਨ ਪੁਰਾਨ ਵੇਦ ਵਿਦ। ਜੋ ਅਨੇਕ ਤਰ੍ਹਾਂ ਦੇ ਵਖਿਆਨ, 18 ਪੁਰਾਣ, 4 ਵੇਦਾਂ ਦੀਆਂ ਵਿਧੀਆਂ ਅਤੇ ਸਿਮਰਤੀਆਂ ਆਦਿਕ 34 ਅਛਰ ਮਾਹੀ। ਇੱਥੇ ਅਕਸ਼ਰ ਪਾਠ ਹੈ। ਸੋਠ ਰਾਗ ਵਾਲੇ ਸ਼ਬਦ 'ਚ ਅੱਖਰ ਮਾਹੀ, ਨਾਲੇ ਮਾਹੀ ਤੇ ਬਿੰਦੀ ਹੈ। ਇੱਥੇ ਬਿੰਦੀ ਤੋਂ ਬਗੈਰ ਅਕਸ਼ਰ ਮਾਹੀ। ਜੋ ਸਿਮਰਤੀਆਂ ਆਦਿਕ 34 ਅੱਖਰਾਂ ਦੇ ਵਿੱਚ ਹੀ ਲਿਖੇ ਹੋਏ ਹਨ। ਅਨੇਕ ਤਰ੍ਹਾਂ ਦੇ ਵਖਿਆਨ, 18 ਪੁਰਾਣ, 4 ਵੇਦਾਂ ਦੀਆਂ ਵਿਧੀਆਂ ਜਾਂ ਜੋ 30 ਪਾਰਿਆਂ ਵਾਲੇ ਮੁਸਲਮਾਨਾਂ ਦੇ ਕੁਰਾਨ ਆਦਿਕ ਉਚਾਰਨ ਕੀਤੇ ਨੇ, ਉਹ ਸਾਰੇ ਅੱਖਰਾਂ ਦੇ ਵਿੱਚ ਹੀ ਵਰਣਿਕ ਹਨ। ਸੰਸਕ੍ਰਿਤ ਵਿੱਚ 34 ਅੱਖਰ ਹੀ ਸ਼ੁੱਧ ਮੰਨੇ ਨੇ। ਬਾਕੀ 16 ਅੱਖਰ ਇਹਨਾਂ ਦੇ ਵਿੱਚੋਂ ਹੀ ਮਿਸ਼ਰਤ ਮਿਲੇ ਹੋਏ ਹਨ। ਗੁਰਮੁਖੀ ਵਿੱਚ ਗੁਰੂ ਸਾਹਿਬ ਜੀ ਨੇ ਉਡਾੜ ਅੱਖਰ ਲੈ ਕੇ ਗੁਰਮੁਖੀ ਵਰਣਮਾਲਾ 35 ਅੱਖਰਾਂ ਦੀ ਬਣਾਈ ਹੈ। ਸੋ ਇੰਜ ਜੋ ਸਭ ਕੁਝ ਮੰਨਿਆ ਗਿਆ ਹੈ, ਸ਼ਬਦ ਦੇ ਆਰੰਭ ਦੇ ਵਿੱਚ ਸੁਰਤਰ ਅੱਖਰ ਆਇਆ ਹੈ। ਸੁਰ ਦੇਵਤਿਆਂ ਦਾ ਤਰ ਇੱਕ ਬ੍ਰਿਕਸ਼ ਮੰਨਿਆ ਹੈ। ਜਿਸ ਹੇਠਾਂ ਬੈਠ ਕੇ ਜੋ ਵੀ ਕਹਿੰਦੇ ਕਲਪਨਾ ਕੀਤੀ ਜਾਵੇ ਉਹ ਪੂਰੀ ਹੋ ਜਾਂਦੀ ਹੈ। ਸੰਸਕ੍ਰਿਤ ਦੇ ਗ੍ਰੰਥਾਂ ਅੰਦਰ 5 ਸੁਰਤਰ ਲਿਖੇ ਨੇ: ਮੰਦਾਰ, ਪਾਰਜਾਤ, ਸੰਤਾਨ, ਕਲਪ ਬਿਰਕਸ਼ ਤੇ ਹਰਚੰਦਨ। ਮੁਸਲਮਾਨਾਂ ਦੇ ਮੱਤ ਵਿੱਚ ਇਹਨਾਂ ਬਿਰਕਸ਼ਾਂ ਦੇ ਨਾਲ ਇੱਕ ਸਿਦਰਤੁਲ ਮੁੰਤਹਾ ਬਿਰਕਸ਼ ਹੈ, ਜੋ 7ਵੇਂ ਆਸਮਾਨ ਖੁਦਾ ਦੇ ਬਾਗ ਦੇ ਵਿੱਚ ਹੈ। ਹਜ਼ਰਤ ਮੁਹੰਮਦ ਸਾਹਿਬ ਜਦੋਂ ਬਰਾਕ ਇੱਕ ਪੰਖਧਾਰੀ ਚੱਟਾ ਜੀ ਉਹਦੇ ਤੇ ਚੜ੍ਹ ਕੇ ਉਸ ਤਾਂ ਪੁੱਜੇ ਸਨ, ਤਦੋਂ ਉਹਨਾਂ ਨੇ ਦੇਖਿਆ ਕਿ ਉਸ ਬਿਰਕਸ਼ ਦੇ ਪੱਤੇ ਹਾਥੀ ਦੇ ਕੰਨ ਵਰਗੇ ਤੇ ਫਲ ਘੜੇ ਦੇ ਆਕਾਰ ਵਰਗੇ ਹਨ। ਚਿੰਤਾਮਨ ਪੁਰਾਣਾਂ ਦੇ ਅਨੁਸਾਰ ਇੱਕ ਮਣੀ ਹੈ ਜੋ ਮਨ ਚਿਤਵੇ ਪਦਾਰਥ ਦਿੰਦੀ ਹੈ, ਤੇ ਕਾਮਧੇਨ ਪੁਰਾਣਾਂ ਅਨੁਸਾਰ ਸਵਰਗ ਦੀ ਇੱਕ ਗਾਂ ਹੈ ਜੋ ਕਹਿੰਦੇ ਸਮੁੰਦਰ ਰਿੜਕਣ ਸਮੇਂ ਵਿੱਚੋਂ ਨਿਕਲੀ ਹੈ। ਇਹ ਵੀ ਮਨ ਚਿਤਵੇ ਪਦਾਰਥ ਦੇਣ ਕਰਕੇ ਕਾਮਧੇਨ ਸਦਵਾਉਂਦੀ ਹੈ। ਇਉਂ ਅਨੇਕ ਤਰ੍ਹਾਂ ਦੇ ਵਖਿਆਨ, 18 ਪੁਰਾਣ, 4 ਵੇਦਾਂ ਦੀਆਂ ਵਿਧੀਆਂ, ਸਿਮਰਤੀਆਂ ਆਦਿਕ 34 ਅੱਖਰ ਗ੍ਰੰਥਾਂ ਦੇ ਵਿੱਚ ਸਭ ਕੁਝ ਲਿਖਿਆ ਮਿਲਦਾ ਹੈ। ਵਿਆਸ ਵਿਚਾਰ ਰਹਿਓ ਪਰਮਾਰਥ। ਵਿਆਸ ਵਿਚਾਰ ਕਹਿਓ ਪਰਮਾਰਥ। ਜੋ ਰਿਸ਼ੀ ਵੇਦ ਵਿਆਸ ਜੀ ਹੋਏ ਹਨ, ਇਹ ਵਿਚਾਰ ਇੱਥੇ ਅੱਖਰ ਹੈ। ਜਿਹੜਾ ਸੋਠ ਰਾਗ ਵਾਲਾ ਸ਼ਬਦ ਉੱਥੇ 24 ਅੱਖਰ ਹੈ। ਕਹਿੰਦੇ ਨੇ ਕਿ ਜੋ ਵੇਦਾਂ ਆਦਿਕ ਨੂੰ ਖੋਜਣ ਵਾਲੇ ਵਿਆਸ ਜੀ ਨੇ ਵਿਚਾਰ ਕੇ ਇਹੀ ਸਿਧਾਂਤ ਕਹਿਣਾ ਕੀਤਾ ਹੈ। ਜਾਂ ਭਗਤ ਰਵਿਦਾਸ ਜੀ ਕਥਨ ਕਰਦੇ ਨੇ ਕਿ ਅਸੀਂ ਅਖੀਰ ਨੂੰ ਵਿਸਤਾਰ ਪੂਰਵਕ ਵਿਚਾਰ ਕੇ ਇਹੀ ਸਿਧਾਂਤ ਕਹਿ ਰਹੇ ਹਾਂ ਕਿ ਰਾਮ ਨਾਮ ਸਰਨਾਹੀ। ਇੱਥੇ ਪਾਠ ਹੈ ਰਾਮ ਨਾਮ ਸਰਨਾਹੀ, ਉੱਥੇ ਵੀ ਰਾਮ ਨਾਮ ਸਰਨਾਹੀ, ਇਹ ਸੇਮ ਹੀ ਹੈ। ਕਹਿੰਦੇ ਨੇ ਕਿ ਇਹੀ ਸਿਧਾਂਤ ਹੈ ਕਿ ਪਰਮੇਸ਼ਰ ਦੇ ਨਾਮ ਦੇ ਸਾਰ ਸਦਰਸ਼ ਬਰਾਬਰ ਹੋਰ ਕੋਈ ਵੀ ਸਾਧਨ ਆਦਿਕ ਨਹੀਂ ਹੈ। ਨਾਮ ਤੁਲ ਕਾ ਸ਼ਬਦ ਨ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਨਾਮ ਦੇ ਬਰਾਬਰ ਦੁਨੀਆ ਦੇ ਵਿੱਚ ਕੋਈ ਵੀ ਵਸਤੂ ਨਹੀਂ ਹੈ।
ਬਲਕਿ ਤਿੰਨਾਂ ਲੋਕਾਂ ਦੇ ਵਿੱਚ ਵੀ ਨਹੀਂ ਹੈ। ਸਹਿਜ ਸਮਾਧ ਉਪਾਦ ਰਹਿਤ ਹੋਏ। ਜੋ ਇੱਥੇ ਪਾਠ ਹੈ ਹੋਏ, ਉੱਥੇ ਰਹਿਤ ਹੁਣ ਸੋਠ ਰਾਗ ਦੇ ਵਿੱਚ ਪਾਤਸ਼ਾਹ ਜੀ ਰਵਿਦਾਸ ਜੀ ਦੀ ਰਚਨਾ ਤੋਂ ਫਰਮਾਉਂਦੇ ਨੇ ਕਿ ਸਹਿਜ ਸੁਭਾਵਿਕ ਹੀ ਨਿਰਵਿਕਲਪ ਸਮਾਧੀ ਦੇ ਵਿੱਚ ਅਸਥਿਤ ਹੋਏ ਹਨ ਗੁਰਮੁਖ। ਵੱਡੇ ਭਾਗ ਲਿਵ ਲਾਗੀ। ਇੱਥੇ ਵੱਡੇ ਇੱਕ ਲਾਂ ਹੈ, ਸੋਠ ਰਾਗ ਵਾਲੇ ਸ਼ਬਦ 'ਚ ਵੱਡਾ ਭਾਗ ਲਿਵ ਲਾਗੀ ਦੁਲਾਵਾਂ ਦੇ ਨਾਲ ਹੈ। ਜਿਹੜੇ ਗੁਰਮੁਖ ਪਿਆਰੇ ਨੇ ਉਹਨਾਂ ਦੀ ਵਾਹਿਗੁਰੂ ਦੀ ਕਿਰਪਾ ਹੈ, ਜਿਨ੍ਹਾਂ ਦੇ ਵੱਡੇ ਭਾਗਾਂ ਕਰਕੇ ਪਰਮੇਸ਼ਰ ਦੇ ਨਾਮ ਦੇ ਵਿੱਚ ਲਿਵ ਬਿਰਤੀ ਪ੍ਰੀਤੀ ਲੱਗੀ ਹੈ। ਉਹ ਆਦਿ ਵਿਆਧੀ ਅਤੇ ਉਪਾਧੀ ਆਦਿ ਤਾਪਾਂ ਤੋਂ ਰਹਿਤ ਹੋਏ ਨੇ ਤੇ ਇਹਨਾਂ ਤਿੰਨਾਂ ਤਾਪਾਂ ਤੋਂ ਰਹਿਤ ਹੋ ਕੇ ਸੁਭਾਵਿਕ ਹੀ ਨਿਰਵਿਕਲਪ ਸਮਾਧੀ ਵਿੱਚ ਅਸਥਿਤ ਹੋਏ ਹਨ। ਕਹਿ ਰਵਿਦਾਸ ਉਦਾਸ ਦਾਸ ਮਤ। ਭਗਤ ਰਵਿਦਾਸ ਜੀ ਕਥਨ ਕਰਦੇ ਹਨ ਕਿ ਸੰਸਾਰ ਦੇ ਪਦਾਰਥਾਂ ਤੋਂ, ਦੁਨੀਆ ਦੀ ਬਣਾਵਟ ਵੱਲੋਂ ਮੈਂ ਸੇਵਕ ਦੀ ਜਿਹੜੀ ਮਤ ਬੁੱਧੀ ਹੈ ਉਹ ਉਪਰਾਮ ਹੋ ਚੁੱਕੀ ਹੈ। ਇੱਥੇ ਉਦਾਸ ਦਾਸ ਮਤ ਪਾਠ ਹੈ। ਸੋਠ ਰਾਗ ਵਾਲੇ ਸ਼ਬਦ 'ਚ ਕਹਿ ਰਵਿਦਾਸ ਪ੍ਰਗਾਸ ਹਿਰਦੈ ਧਰ, ਕਾਫੀ ਅੱਖਰਾਂ ਦਾ ਫਰਕ ਹੈ। ਜਨਮ ਮਰਨ ਭੈ ਭਾਗੀ। ਅਤੇ ਜੰਮਣ ਮਰਨ ਦੇ ਡਰ ਵਾਲੀ ਬਿਰਤੀ ਜਿਹੜੀ ਪੀੜਾ ਸੀਗੀ ਉਹ ਭੱਜ ਗਈ ਹੈ। ਦੁਨੀਆ ਦੇ ਪਦਾਰਥਾਂ, ਦੁਨੀਆ ਦੀ ਬਣਾਵਟ ਵੱਲੋਂ ਮੇਰੀ ਬੁੱਧੀ ਉਪਰਾਮ ਹੋ ਗਈ ਹੈ ਅਤੇ ਜੰਮਣ ਮਰਨ ਦੇ ਡਰ ਵਾਲੀ ਬਿਰਤੀ ਜਿਹੜੀ ਪੀੜਾ ਸੀ ਉਹ ਭੱਜ ਗਈ ਹੈ। ਤੁਖਾਰੀ ਛੰਤ। ਸਾਧ ਸੰਗਤ ਜੀਓ, ਮਾਰੂ ਰਾਗ ਦੀ ਇੱਥੇ ਭਗਤ ਰਵਿਦਾਸ ਜੀ ਦੇ ਸ਼ਬਦ ਨਾਲ ਹੀ ਸੰਪੂਰਨਤਾ ਹੋਈ ਹੈ। ਅੱਗੇ ਤੁਖਾਰੀ ਰਾਗ ਪ੍ਰਾਰੰਭ ਹੋ ਰਿਹਾ ਹੈ। ਇਸ ਰਾਗ ਦੀ ਇੱਕ ਖਾਸੀਅਤ ਹੈ ਕਿ ਸੰਪੂਰਨ ਰਾਗ ਹੀ ਸ਼ੰਤ ਰੂਪ ਦੇ ਵਿੱਚ ਹੈ। ਗੁਰੂ ਮਹਾਰਾਜ ਨੇ ਇਸ ਪੂਰੇ ਰਾਗ ਦੇ ਵਿੱਚ ਕਿਤੇ ਰਹਾਉ ਸ਼ਬਦ ਨਹੀਂ ਵਰਤਿਆ। ਜੇ ਕੋਈ ਸਵਾਲ ਕਰੇ ਕਿ ਕਿਹੜੇ ਰਾਗ ਵਿੱਚ ਰਹਾਉ ਨਹੀਂ ਹੈ ਤੇ ਉਹਦਾ ਉੱਤਰ ਇਹ ਹੈ ਕਿ ਤੁਖਾਰੀ ਰਾਗ ਸੰਪੂਰਨ ਰਾਗ ਵਿੱਚ ਰਹਾਉ ਨਹੀਂ ਹੈ, ਕਿਉਂਕਿ ਹੈ ਹੀ ਸ਼ੰਤਾਂ ਦਾ। ਸ਼ੰਤਾਂ 'ਚ ਰਹਾਉ ਆਉਂਦਾ ਹੀ ਨਹੀਂ। 4-4 ਪੌੜੀਆਂ ਦੇ ਕਰੀਬ ਸ਼ੰਤ ਹੁੰਦੇ ਨੇ। ਇੱਕ ਦੇਸੀ ਰਾਗ ਹੈ, ਪੰਜਾਬ ਦੀ ਸੰਗੀਤ ਪਰੰਪਰਾ ਦਾ ਨਵੇਕਲਾ ਤੇ ਮੌਲਿਕ ਰਾਗ ਹੈ। ਪੁਰਾਤਨ ਲਿਖਤਾਂ ਅਨੁਸਾਰ ਹਿਮਾਲਾ ਦੇ ਉੱਤਰ ਪੱਛਮ ਦਾ ਦੇਸ਼ ਤੁਸ਼ਾਰ ਕਿਹਾ ਜਾਂਦਾ। ਇਸ ਇਲਾਕੇ ਦੀ ਗੌਣ ਧੁਨ ਤੋਂ ਹੀ ਤੁਖਾਰੀ ਰਾਗ ਵਿਕਸਿਤ ਹੋਇਆ ਮੰਨਿਆ ਜਾਂਦਾ। ਜਿਵੇਂ ਮਲਵਈ ਮੱਝਾਂ ਚਾਰਨ ਵਾਲੇ ਮੋਢੇ ਤੇ ਡਾਂਗ ਰੱਖ ਕੇ ਜਿਹੜੇ ਗਾਉਣ ਗਾਉਂਦੇ ਉਹਨੂੰ ਸੱਦ ਕਿਹਾ ਜਾਂਦਾ ਸੀਗਾ। ਇਉਂ ਤੁਸ਼ਾਰ ਦੇਸ਼ ਦੇ ਇਲਾਕੇ ਦੇ ਗਾਉਣ ਵਾਲੀ ਧੁਨ ਤੋਂ ਇਹ ਤੁਖਾਰੀ ਰਾਗ ਵਿਕਸਿਤ ਹੋਇਆ। ਤੁਸ਼ਾਰ ਖਿੱਤੇ ਦੀ ਸੰਗੀਤ ਪਰੰਪਰਾ ਤੋਂ ਵਿਕਸਿਤ ਰਾਗ ਤੁਖਾਰੀ ਅਧੀਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ 12 ਬਾਣੀ ਦੀ ਰਚਨਾ ਵਿਸ਼ੇਸ਼ ਰੂਪ ਦੇ ਵਿੱਚ ਕੀਤੀ ਹੈ। ਸ੍ਰੀ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੀ ਇਸ ਰਾਗ ਅੰਦਰ ਆਪਣੀ ਬਾਣੀ ਦਰਜ ਕੀਤੀ ਹੈ। ਇਸ ਰਾਗ ਦੇ ਵਿੱਚ ਗਾ ਕੋਮਲ ਆਉਂਦਾ ਹੈ, ਮਾਂ ਤੀਬਰ ਹੈ, ਨੀ ਕੋਮਲ ਵੀ ਹੈ ਤੇ ਸ਼ੁੱਧ ਵੀ ਹੈ। ਬਾਕੀ ਸਾਰੇ ਸੁਰ ਸ਼ੁੱਧ ਲੱਗਦੇ ਨੇ। ਆਰੋ ਜਾਂਦੀ ਬਾਕੀ ਰੇ ਅਤੇ ਧਾ ਵਰਜਿਤ ਹਨ। ਇਸ ਦਾ ਵਾਦੀ ਪੰਚਮ ਯਾਨੀ ਕਿ ਬਹੁਤੀ ਸੁਰ ਜਿਹੜੀ ਯੂਜ਼ ਹੋਵੇ ਉਹਨੂੰ ਵਾਦੀ ਬੋਲਦੇ ਨੇ। ਪਾ ਕਾਫੀ ਵਾਰ ਯੂਜ਼ ਹੁੰਦਾ ਤੇ ਸਮਾਧੀ ਛੜਜ ਯਾਨੀ ਸਾਹ ਹੈ। ਥਾੜ ਧਰਮਵਤੀ ਯਾਨੀ ਦੱਖਣੀ ਸੰਗਤੀ ਪੱਧਤੀ ਦੇ ਵਿੱਚੋਂ ਇਹ ਨਿਕਲਿਆ ਹੈ। ਸਮਾਂ ਦਿਨ ਦਾ ਚੌਥਾ ਪਹਿਰ
ਅਤੇ ਜਾਤੀ ਦੀ ਔੜਵ ਸੰਪੂਰਨ ਜਾਂਦੀ। ਬਾਕੀ 5 ਸੁਰਾਂ ਲੱਗਦੀਆਂ ਨੇ, ਕਿਉਂਕਿ ਸੋ ਜਾਂਦੀ ਬਾਕੀ ਰੇ ਅਤੇ ਧਾ ਵਰਜਿਤ ਨੇ। ਬਾਕੀ 5 ਸੁਰਾਂ ਰਹਿ ਗਈਆਂ। ਆਉਂਦੀ ਬਾਕੀ ਸੱਤੇ ਦੀਆਂ ਸੱਤੇ ਲੱਗਦੀਆਂ ਨੇ। ਆਰੋਹ ਦੇ ਵਿੱਚ ਨੀ ਸਾ ਗਾ ਮਾ ਪਾ ਨੀ ਸਾ, ਅਵਰੋਹ ਵਿੱਚ ਸਾ ਨੀ ਧਾ ਪਾ ਮਾ ਗਾ ਰੇ ਸਾ। ਇਹ ਤੁਖਾਰੀ ਰਾਗ। ਇਹਦੇ ਵਿੱਚ ਛੰਦ ਸ਼ਬਦ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਲਿਖ ਰਹੇ ਹਨ। ਤੁਖਾਰੀ ਛੰਤ ਮਹਲਾ ਪਹਿਲਾ। ਸ਼ੰਤਾਂ ਵਾਲਾ ਤੁਖਾਰੀ ਰਾਗ, ਜਿਸ ਵਿੱਚ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਇਹਦੇ ਪ੍ਰਾਰੰਭ ਵਿੱਚ 12 ਮਾਹ 12 ਮਹੀਨਿਆਂ ਦਾ ਨਾਮ ਵਰਤ ਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇੱਕ ਓੰਕਾਰ ਅਦੁੱਤੀ ਬ੍ਰਹਮ ਓੰਕਾਰ, ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ। ਸਤ ਹੈ, ਚਿਤ ਹੈ ਅਤੇ ਆਨੰਦ ਰੂਪ। ਵਾਹਿਗੁਰੂ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਬਖਸ਼ਿਸ਼ ਰਹਿਮਤ ਸਦਕਾ ਹੁੰਦੀ ਹੈ। ਇਸ ਦੀ ਉਥਾਨਕਾ ਇਸ ਪ੍ਰਕਾਰ ਹੈ। ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਰਤਾਰਪੁਰ ਵਿੱਚ ਆ ਕੇ ਨਿਵਾਸ ਕੀਤਾ, ਉਸ ਸਮੇਂ ਬਾਬਾ ਬੁੱਢਾ ਜੀ ਵਰਗੇ ਕੁਝ ਨਾਮਵਰ ਸਿੱਖਾਂ ਨੇ ਸਤਿਗੁਰਾਂ ਪਾਸ ਆ ਕੇ ਬੇਨਤੀ ਕੀਤੀ ਕਿ ਹੇ ਸਤਿਗੁਰੂ ਜੀ, ਜਿੱਥੇ ਤੁਸੀਂ ਜੀਵਾਂ ਦੀ ਕਲਿਆਣ ਹਿੱਤ ਬਹੁਤ ਉਪਦੇਸ਼ ਰੂਪ ਵਿੱਚ ਬਾਣੀ ਉਚਾਰਨ ਕੀਤੀ ਹੈ, ਉੱਥੇ ਸਾਨੂੰ ਸਿੱਖਾਂ ਨੂੰ 12 ਮਹੀਨਿਆਂ ਦੀ ਉਪਦੇਸ਼ ਵਾਲੀ ਬਾਣੀ ਵੀ ਉਚਾਰਨ ਕਰਕੇ ਬਖਸ਼ਿਸ਼ ਕਰੋ। ਕਿਉਂਕਿ ਹਰੇਕ ਮਹੀਨੇ ਸਾਨੂੰ ਕਿਸੇ ਬ੍ਰਾਹਮਣ ਆਦਿ ਕੋਲੋਂ ਉਪਦੇਸ਼ ਸੁਣ ਲਈ ਜਾਣਾ ਪੈਂਦਾ ਹੈ। ਇਹ ਸਤਿਗੁਰੂ ਜੀ, ਤੁਹਾਡਾ ਸਿੱਖੀ ਪੰਥ ਨਿਰਾਲਾ ਹੈ, ਕੀ ਤੋਸੇ ਆਪਣਾ ਪੰਥ ਨਿਰਾਲਾ। ਇਸ ਲਈ ਸਾਨੂੰ ਕਿਸੇ ਦੇ ਮੁਹਤਾਜ ਨਾ ਰਹਿਣ ਦਿਓ ਜੀ। ਉਸ ਸਮੇਂ ਸਿੱਖਾਂ ਦੀ ਬੇਨਤੀ ਮੰਨ ਕੇ ਸਤਿਗੁਰਾਂ ਨੇ ਵੈਰਾਗਮਈ 12 ਮਹਾਨਾਮੇ ਬਾਣੀ ਉਚਾਰਨ ਕੀਤੀ, ਜਿਸ ਵਿੱਚ ਸਤਿਗੁਰੂ ਜੀ ਰੂਪਕ ਅਲੰਕਾਰ ਬਣ ਕੇ ਸੈਨਤ ਦੇ ਨਾਲ ਪਰਮਾਰਥ ਵੱਲ ਆਉਣ ਦੇ ਬਚਨ ਕਰ ਰਹੇ ਨੇ। ਦੂਜੀ ਉਥਾਨਕਾ ਇੰਝ ਵੀ ਹੈ ਕਿ ਜਿਵੇਂ ਸਤਿਗੁਰੂ ਨਾਨਕ ਦੇਵ ਜੀ ਦੇ ਮਾਸੀ ਦੇ ਪੁੱਤਰ ਜੋ ਬਾਬਾ ਥੰਮਣ ਸ਼ਾਹ ਜੀ ਹੋਏ ਨੇ, ਸਾਡੇ ਉਧਰ ਕਾਲਵਾ ਦੇ ਨਜ਼ਦੀਕ ਗੁਰਦੁਆਰਾ ਬਾਬਾ ਰਾਮ ਥੰਮਣ ਸਾਹਿਬ ਜੀ ਹੈ। ਉਹਨਾਂ ਨੇ ਦੱਖਣ ਵਾਲੇ ਪਾਸੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਗੁਰੂ ਜੀ, ਇੱਕ ਵਾਰ ਮੈਨੂੰ ਸਮਾਧੀ ਵਿੱਚ ਇਕਾਗਰਤਾ ਹੋਣ ਨਾਲ ਬਹੁਤ ਆਨੰਦ ਆਇਆ, ਪਰ ਉਹ ਜਿਹਾ ਆਨੰਦ ਦੁਬਾਰਾ ਕਦੇ ਵੀ ਪ੍ਰਾਪਤ ਨਹੀਂ ਹੋਇਆ। ਤਦੋਂ ਸਤਿਗੁਰਾਂ ਨੇ ਉਹਦੇ ਪਰਥਾਏ ਵਡਹੰਸ ਰਾਗ ਅੰਦਰ ਸ਼ਬਦ ਉਚਾਰਿਆ ਹੈ, ਮੋਰੀ ਰੁਣ ਚੁਣ ਲਾਇਆ, ਭੈਣੇ ਸਾਹਮਣੇ ਆਇਆ, ਤੇਰੇ ਮੁੰਧ ਘਟਾਰੇ ਜੀਵੜਾ, ਤੈਨੂੰ ਲੋਭੀ ਲੋਭ ਲੁਭਾਇਆ। ਇਹਦੇ ਵਿੱਚ ਪੂਰੇ ਸ਼ਬਦ ਚ ਰਹਾਉਈ ਲਿਖਣਾ ਮਹਾਰਾਜ ਭੁੱਲ ਗਏ। ਇੰਨੇ ਪਿਆਰ ਚ ਇੱਕੋ ਸਾਈ ਸ਼ਬਦ ਪੜ੍ਹ ਦਿੱਤਾ। ਰਹਾਉ ਦਾ ਮਤਲਬ ਹੁੰਦਾ ਸਾਹ ਲੈਣਾ, ਸਾਹ ਹੀ ਨਹੀਂ ਲਿਆ ਗੁਰੂ ਸਾਹਿਬ ਨੇ। ਇੱਕੋ ਹੀ ਸਾਹ ਜਿਵੇਂ ਪੂਰੇ ਦਾ ਪੂਰਾ ਸ਼ਬਦ ਰੱਬ ਦੇ ਪਿਆਰ ਵਿੱਚ ਉਚਾਰਿਆ। ਆਪਦੀ ਮਾਸੀ ਦੇ ਪੁੱਤ ਭਰਾ ਰਾਮ ਥੰਮਣ ਜੀ ਨੂੰ ਬਖਸ਼ਿਸ਼ ਕੀਤਾ ਸੀ। ਉਸੇ ਪ੍ਰਕਾਰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਤੇ ਬਾਬਾ ਬੁੱਢਾ ਜੀ ਆਦਿ ਗੁਰਸਿੱਖਾਂ ਦੇ ਪਰਥਾਏ ਉਸੇ ਭਾਵ ਵਾਲੀ ਬਾਣੀ ਬਾਰੇ ਮੈਂ ਉਚਾਰਨ ਕੀਤੀ ਹੈ। ਕਈ ਵਿਦਵਾਨਾਂ ਦਾ ਵੀ ਖਿਆਲ ਹੈ ਕਿ 12 ਮਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅੰਤਮ ਰਚਨਾ ਸੀ। ਇਸ ਤੋਂ ਮਗਰੋਂ ਗੁਰੂ ਸਾਹਿਬ ਜੀ ਨੇ ਹੋਰ ਕੋਈ ਸ਼ਬਦ ਨਹੀਂ ਉਚਾਰਿਆ। ਰਹੋ ਵਿਚਾਰ
ਤੁਖਾਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ 6 ਤੁਕਾਂ ਦੀ ਪੌੜੀ ਵਾਲੀ ਇਹ 12 ਮਹੀਨਿਆਂ ਦੇ ਉਪਦੇਸ਼ ਵਾਲੀ ਬਾਣੀ ਉਚਾਰਨ ਕਰਕੇ ਸ਼ੰਤ ਨਾਮ ਹੈ 6 ਤੁਕਾਂ ਵਾਲੀ ਪੌੜੀ, ਸ਼ੰਤ ਨਾਮ ਹੈ ਜਸ ਰੂਪ ਬਾਣੀ ਉਚਾਰਨ ਕਰ ਰਹੇ ਨੇ। ਇਸ ਤੁਖਾਰੀ ਰਾਗ ਦੇ ਸ਼ੰਤਾਂ ਵਾਲੇ 12 ਦੀਆਂ ਪਹਿਲੀਆਂ 4 ਪੌੜੀਆਂ ਅੰਦਰ ਪਰਮੇਸ਼ਰ ਦੇ ਗੁਣ ਤੇ ਜਗਿਆਸੂ ਦੀ ਬੇਨਤੀ ਦੁਆਰਾ ਮੰਗਲ ਉਚਾਰਨ ਕਰਦੇ ਨੇ। ਲੋ ਪਿਆਰ ਨਾਲ ਸੁਣੋ ਜੀ। ਇੱਕ ਓੰਕਾਰ, ਇੱਕ ਅਦੁੱਤੀ ਬ੍ਰਹਮ ਉਹ ਅੰਕਾਰ ਜੋ ਸਰਬਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਤੂੰ ਸੁਣ ਕਿਰਤ ਕਰਮਾ, ਹੇ ਪ੍ਰਭੂ ਤੂੰ ਸੁਣਨਾ ਕਰ ਜੋ ਜੀਵਾਂ ਨੇ ਪੁਰਬ ਕਮਾਇਆ। ਪੂਰਬਲੇ ਜਨਮਾਂ ਵਿੱਚ ਕਰਤੱਵਾਂ ਦੇ ਤਾਈਂ ਕਮਾਉਣਾ ਕੀਤਾ ਹੈ, ਉਸੇ ਕੀਤੇ ਕਰਮਾਂ ਅਨੁਸਾਰ ਮਨੁੱਖਾ ਸਰੀਰ ਪਾਉਣਾ ਕੀਤਾ ਹੈ। ਜਾਂ ਇਸੇ ਪ੍ਰਕਾਰ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ। ਇਹ ਪ੍ਰਭੂ ਤੂੰ ਸੁਣ ਸਾਨੂੰ ਪੂਰਬਲੇ ਸੇ ਸ੍ਰੇਸ਼ਟ ਕਰਮਾਂ ਦੇ ਕਮਾਉਣ ਕਰਕੇ ਹੁਣ ਮਨੁੱਖਾ ਜਨਮ ਪ੍ਰਾਪਤ ਹੋਇਆ। ਇਸ ਵਿੱਚ ਆਪਣੀ ਕੀਰਤਨ ਭਗਤੀ ਦੇ ਕਰਮ ਦੇ ਵਿੱਚ ਸਾਨੂੰ ਜੋੜਨਾ ਕਰ ਜੀਓ। ਸਿਰ ਸਿਰ ਸੁਖ ਸਹਮਾ, ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਤੂੰ ਸਿਰ ਬਸੇਰ ਭਾਵ ਹਰੇਕ ਨੂੰ ਸੁਖ ਅਤੇ ਸਹਿਮ ਦੁੱਖ ਦੇਣਾ ਕਰਦਾ ਹੈ। ਦੇਹ ਸੋ ਤੂੰ ਭਲਾ, ਸੋ ਤੂੰ ਆਪ ਚੰਗਾ ਨਿਰਦੋਸ਼ ਹੈ, ਭਾਵ ਤੈਨੂੰ ਕੋਈ ਦੁੱਖ ਸੁੱਖ ਨਹੀਂ ਚੰਬੜਦੇ। ਇਹੋ ਜਿਹੇ ਸੋ ਤੂੰ ਲੇਖੇ ਭਗਤਾਉਂਦਾ ਜੀਵਾਂ ਨੂੰ ਜਿਹੋ ਜਿਹਾ ਕਿਸੇ ਦੇ ਕਰਮ ਨੇ ਉਹਨਾਂ ਦੇ ਅਨੁਸਾਰ ਸੁੱਖ ਤੇ ਦੁੱਖ ਸਹਾਰਨ ਵਾਸਤੇ ਦਿੰਦਾ ਹੈ। ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਜਾਂ ਜੋ ਕੁਝ ਤੂੰ ਦੇਣਾ ਕਰਦਾ ਮੇਰੇ ਲਈ ਉਹੀ ਭਲਾ ਹੈ। ਹਰ ਰਚਨਾ ਤੇਰੀ ਕਿਆ ਗਤ ਮੇਰੀ, ਇਹ ਪ੍ਰਮਾਤਮਾ ਤੇਰੀ ਸੰਸਾਰ ਦੀ ਬਣਾਉਤ ਵਿੱਚ ਮੇਰੇ ਚਿੱਤ ਦੀ ਬਿਰਤੀ ਲੱਗੀ ਹੋਈ ਹੈ। ਹੁਣ ਮੇਰੀ ਕੀ ਹਾਲਤ ਹੋਵੇਗੀ? ਮਤਲਬ ਤੇਰੇ ਨਾਮ ਨੂੰ ਛੱਡ ਕੇ ਮੈਂ ਸੰਸਾਰ ਚ ਰੁੱਝਿਆ ਹੋਇਆ, ਤੇਰੀ ਕਿਸ ਪ੍ਰਕਾਰ ਮੈਨੂੰ ਪ੍ਰਾਪਤੀ ਹੋਵੇਗੀ? ਹਰ ਬਿਨ ਘੜੀ ਨਾ ਜੀਵਾ, ਇਹ ਪ੍ਰਮਾਤਮਾ ਉੱਤਮ ਅਧਿਕਾਰੀ ਇਹੀ ਕਹਿੰਦਾ ਕਿ ਮੇਰੀ ਤੇਰੇ ਨਾਲ ਪਿਆਰ ਦੀ ਦਸ਼ਾ ਹੈ। ਇਹ ਹਰੀ ਤੈਥੋਂ ਬਿਨਾ ਮੈਂ ਇੱਕ ਘੜੀ ਵੀ ਜਿਉਂਦਾ ਨਹੀਂ ਰਹਿ ਸਕਦਾ। ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰੇ ਤੁਧ ਭਗਵੰਤਾ। ਪ੍ਰਿਯ ਬਾਜ ਦੋਹੇਲੀ ਕੋਏ ਨਾ ਬੇਲੀ, ਜਿਵੇਂ ਪਤੀ ਤੋਂ ਬਿਨਾ ਇਸਤਰੀ ਦੁਖੀ ਹੁੰਦੀ ਹੈ ਅਤੇ ਉਸ ਦਾ ਪੇਕੇ ਤੇ ਸਹੁਰੇ ਪਰਿਵਾਰ ਵੱਲੋਂ ਕੋਈ ਵੀ ਸਹਾਇਕ ਨਹੀਂ ਬਣਦਾ ਹੈ। ਗੁਰਮੁਖ ਅੰਮ੍ਰਿਤ ਪੀਵਾ, ਇਸੇ ਪ੍ਰਕਾਰ ਹੀ ਪਿਆਰੇ ਪਤੀ ਪ੍ਰਮਾਤਮਾ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰੇ ਤੁਧ ਭਗਵੰਤਾ। ਮੋਹਿ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਹਾਉ ਘੋਲੀ ਜੀਓ ਘੋਲ ਕਮਾਈ ਤੇ ਸੱਚੇ ਗੁਰ ਦਰਬਾਰੇ ਜੀਓ। ਤੇਰੀ ਪ੍ਰਾਪਤੀ ਤੋਂ ਬਿਨਾ ਮੇਰੀ ਜਿੰਦ ਦੁਖੀ ਹੋ ਰਹੀ ਹੈ। ਪੇਕੇ ਘਰ ਦੀ ਤਰ੍ਹਾਂ ਮਾਤ ਲੋਕ ਅਤੇ ਸਹੁਰੇ ਘਰ ਦੀ ਤਰ੍ਹਾਂ ਪਰਲੋਕ ਦੇ ਵਿੱਚ ਕੋਈ ਵੀ ਸਹਾਇਕ ਨਹੀਂ ਦਿਸਦਾ। ਇਸ ਲਈ ਹੁਣ ਤੂੰ ਆਪਣੀ ਮਿਹਰ ਕਰ ਕਿ ਮੈਂ ਗੁਰਮੁਖਾਂ ਦੀ ਸੰਗਤ ਜਾਂ ਮੁਖੀ ਗੁਰਾਂ ਦੁਆਰਾ ਤੇਰਾ ਨਾਮ ਰੂਪ ਅੰਮ੍ਰਿਤ ਪੀਣਾ ਕਰਾਂ। ਰਚਨਾ ਰਾਜ ਰਹੀ ਨਿਰੰਕਾਰੀ, हे ਪ੍ਰਮਾਤਮਾ
ਤੂੰ ਸੂਖਮ ਤੱਤਾਂ ਦੁਆਰਾ, ਸੂਖਮ ਤੋਂ ਅਸਥੂਲ ਤੱਤਾਂ ਦੁਆਰਾ ਅਸਥੂਲ ਰਚਨਾ ਨੂੰ ਰਚ ਕੇ ਆਪ ਇਸ ਰਚਨਾ ਦੇ ਆਕਾਰਾਂ ਤੋਂ ਰਹਿਤ ਰਹਿੰਦਾ ਹੈ। ਇਸੇ ਪ੍ਰਕਾਰ ਰਚਨਾ ਰਾਚ ਰਹੇ ਨਿਰੰਕਾਰੀ। हे ਨਿਰਾਕਾਰ ਪਰਮਾਤਮਾ, ਅਸੀਂ ਤੇਰੀ ਬਣਾਈ ਹੋਈ ਰਚਨਾ ਦੇ ਵਿੱਚ ਹੀ ਖਚਿਤ ਹੋ ਰਹੇ ਹਾਂ। ਪ੍ਰਭ ਮਨ ਕਰਮ ਸੁਕਰਮ। ਪਰ हे ਪ੍ਰਮਾਤਮਾ, ਤੇਰਾ ਮਨ ਵਿੱਚ ਮੰਨਣ ਕਰਨਾ ਹੀ ਸਾਰੇ ਕਰਮਾਂ ਦੇ ਵਿੱਚੋਂ ਸ੍ਰੇਸ਼ਟ ਕਰਮ ਹੈ। ਜਾਂ हे ਪ੍ਰਮਾਤਮਾ, ਤੂੰ ਸਾਡੇ ਸਮਾਨ ਕਰਮਾਂ ਨੂੰ ਵੀ ਸ੍ਰੇਸ਼ਟ ਕਰਮ ਕਰਕੇ ਮੰਨ ਲੈਂਦਾ ਹੈ। ਨਾਨਕ ਪੰਥ ਨਿਹਾਲੇ ਸਾ ਧਨ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਹ ਜਗਿਆਸੂ ਰੂਪ ਇਸਤਰੀ ਜਾਂ ਸਾਡੀ ਆਭਾਸ ਬਿਰਤੀ ਰੂਪ ਇਸਤਰੀ ਹੈ, ਤੇਰੇ ਭਗਤੀ ਸਹਿਤ ਗਿਆਨ ਦੇ ਰਸਤੇ ਨੂੰ ਦੇਖ ਰਹੀ ਹੈ। ਤੂੰ ਸੁਣ ਆਤਮ ਰਾਮਾ। ਇਹ ਸਾਰਿਆਂ ਦੇ ਆਪਣਾ ਰੂਪ ਪ੍ਰਭੂ, ਤੂੰ ਸਾਡੀ ਇਸ ਬੇਨਤੀ ਨੂੰ ਸੁਣ ਕਰ। ਬਾਬੀਹਾ ਪ੍ਰਿਯ ਬੋਲੇ। ਜਿਸ ਜਗਿਆਸੂ ਮਹਾਤਮਾ ਦਾ ਚਿਤ ਰੂਪ ਪਪੀਆ ਪਿਆਰੇ ਪਿਆਰੇ ਬਚਨ ਬੋਲਦਾ ਹੈ। ਜਿਨ ਜਿਹਵਾ ਦਿੱਤੀ ਬੋਲੇ ਤਾਤ। ਪਿਆਰੇ ਬਚਨ ਗੁਰਬਾਣੀ ਹੋਈਆਂ, ਮਤਲਬ ਅਖੰਡ ਪਾਠੀ ਹੈ, ਪਾਠ ਹੀ ਕਰਦਾ ਰਹਿੰਦਾ ਹੈ, ਨਾਲੇ ਪੁੰਨ ਤੇ ਨਾਲੇ ਫਲੀਆਂ। ਕੋਕਿਲ ਬਾਣੀਆਂ। ਅਤੇ ਕੋਇਲ ਦੀ ਤਰ੍ਹਾਂ ਜ਼ਬਾਨ ਮਿੱਠੀ ਮਿੱਠੀ ਬਾਣੀ ਨੂੰ ਬੋਲਦੀ ਹੈ। ਜਾਂ ਮਹਾਤਮਾ ਦਾ ਸਰੀਰ ਅੰਬਾਂ ਦੀ ਤਰ੍ਹਾਂ ਹੈ ਤੇ ਮਹਾਤਮਾ ਦੀਆਂ ਵਿਛੋੜੇ ਵਾਲੀਆਂ ਵੈਰਾਗਮਈ ਬਾਣੀਆਂ ਕੋਇਲਾਂ ਦੀ ਤਰ੍ਹਾਂ ਨੇ। ਜਾਂ ਜੋ ਸੰਤਾਂ ਦੀ ਬੁੱਧ ਵੈਰਾਗ ਵਾਲੇ ਵਿਚਾਰ ਨੂੰ ਵਿਚਾਰਦੀ ਹੈ, ਇਹ ਕੋਇਲ ਦੀ ਤਰ੍ਹਾਂ ਬਾਣੀ ਬੋਲ ਰਹੀ ਹੈ। ਧਨ ਸਭ ਰਸ ਚੋਲੇ। ਉਹ ਜਗਿਆਸੂ ਰੂਪ ਇਸਤਰੀ ਆਪਣੀ ਬੁੱਧ ਆਪਣੇ ਸਰੀਰ ਰੂਪ ਝੋਲੀ ਵਿੱਚ ਸਾਰੀ ਰਸਾਂ ਨੂੰ ਗ੍ਰਹਿਣ ਕਰ ਲੈਂਦੀ ਹੈ। ਜਾਂ ਉਸਨੇ ਸਾਰੀ ਰਸਾਂ ਨੂੰ ਆਪਣੇ ਅੰਤःਕਰਨ ਵਿੱਚ ਚੋ ਲਿਆ ਹੈ। ਜਾਂ ਸਾਰੀ ਰਸਾਂ ਵਿੱਚ ਉਹ ਰਸ ਰੂਪ ਬ੍ਰਹਮ ਦੇ ਆਨੰਦ ਨੂੰ ਚੋਲੇ ਮਾਣਦੀ ਹੈ। ਅੰਕ ਸਮਾਣੀਆਂ। ਅਤੇ ਪ੍ਰਭੂ ਦੇ ਸਰੂਪ ਦੇ ਵਿੱਚ ਅੰਕ ਨਾਮ ਗੋਦ ਦਾ ਵੀ ਹੈ, ਗੋਦ ਦੇ ਵਿੱਚ ਸਮਾਈ ਰਹਿੰਦੀ ਹੈ। ਹਰੇ ਅੰਕ ਸਮਾਣੀ ਜਾ ਪ੍ਰਭ ਭਾਣੀ। ਉਹ ਹਰੀ ਪ੍ਰਭੂ ਦੇ ਸਰੂਪ ਦੇ ਵਿੱਚ ਉਦੋਂ ਸਮਾਈ ਜਦੋਂ ਪਰਮੇਸ਼ਰ ਨੂੰ ਭਾ ਗਈ। ਸਾ ਸੁਹਾਗਣ ਨਾਰੀ। ਉਹੀ ਜਗਿਆਸੂ ਰੂਪ ਇਸਤਰੀ ਪ੍ਰਭੂ ਦੀ ਆਨੰਦ ਵਾਲੀ ਸੁਹਾਗਵੰਤੀ ਹੈ। ਨਵ ਘਰ ਥਾਪ ਮਹਿਲ ਘਰ ਉੱਚਾ। ਇਸ 9 ਗੋਲਕਾਂ ਵਾਲੇ ਸਰੀਰ ਰੂਪ ਘਰ ਨੂੰ ਅਸਥਿਤ ਕਰਕੇ ਭਾਵ ਰਚ ਕੇ ਮਹਲ ਸਰੂਪ ਪਰਮਾਤਮਾ ਨੇ ਆਪਣਾ ਦਸਮ ਦਵਾਰ ਅੰਤःਕਰਨ ਨੂੰ ਉੱਚਾ ਘਰ ਬਣਾਉਣਾ ਕੀਤਾ ਹੈ। ਇਸੇ ਪ੍ਰਕਾਰ ਨਵ ਘਰ ਥਾਪ ਮਹਿਲ ਘਰ ਉੱਚਾ। 9 ਪਾਪ ਪੁਰਖ ਪ੍ਰਕਿਰਤੀ ਮਹੀ ਤਤ ਤ੍ਰਿਦਾ ਹੰਕਾਰ ਤੇ 5 ਤਨ ਮਾਤਰਾ, ਇਹਨਾਂ 9 ਕਰਕੇ ਪ੍ਰਭੂ ਨੇ ਸੰਸਾਰ ਰੂਪ ਘਰ ਥਾਪ ਕੇ ਜਾਂ 9 ਖੰਡਾਂ ਵਾਲਾ ਸੰਸਾਰ ਰੂਪ ਘਰ ਥਾਪ ਕੇ ਮਹਲ ਸਰੂਪ ਪਰਮਾਤਮਾ ਨੇ ਸੱਚਖੰਡ ਰੂਪ ਆਪਣਾ ਉੱਚਾ ਘਰ ਬਣਾਉਣਾ ਕੀਤਾ ਹੈ। ਸੋ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸਾਹਾ ਪਾਤਸ਼ਾਹ ਨਿਹਚਲ ਚੌਰ ਛਤ। ਇਹ ਰੱਬ ਦਾ ਘਰ, ਗੁਰੂ ਨਾਨਕ ਸਾਹਿਬ ਦਾ ਘਰ ਵੱਡਾ ਘਰ ਹੈ, ਜਿਹਦੇ ਤੋਂ ਵੱਡਾ ਕੋਈ ਹੋਰ ਦੂਸਰਾ ਘਰ ਨਹੀਂ ਹੈ। ਵੱਡਾ ਸਾਹਿਬ, ਕਿਉਂਕਿ ਮਾਲਕ ਜੋ ਆ ਵੱਡਾ ਹੈ। ਉੱਚਾ ਥਾਓ, ਉਹਦਾ ਸਥਾਨ ਜਿਹੜਾ ਥੜਾ ਸਾਹਿਬ ਹੈ ਉਹ ਸਭ ਤੋਂ ਉੱਚਾ ਹੈ। ਉੱਚੇ ਥੜੇ ਸਾਹਿਬ ਤੇ ਹੀ ਉੱਚੇ ਉੱਪਰ ਉੱਚਾ ਨਾਮ।
ਉੱਚਾ ਪੀੜਾ ਸਾਹਿਬ ਰੱਖ ਕੇ, ਗੱਦਾ ਗੁੱਦਾ ਰੱਖ ਕੇ, ਪੀੜਾ ਰੱਖ ਕੇ, ਤੇ ਫਿਰ ਉੱਚਾ ਨਾਮ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪ੍ਰਕਾਸ਼ ਕਰਕੇ ਨੇਚਲ ਚੌਰ ਸਾਹਿਬ ਚਲਾਈ ਦਾ, ਤੇ ਉੱਪਰ ਛਤਰ ਹੈ। ਇਹ ਜਿਹੜੀਆਂ ਥੜਾ ਸਾਹਿਬ, ਪੀੜਾ ਸਾਹਿਬ, ਚੌਰ ਤੇ ਛਤਰ ਦੀਆਂ ਨਿਸ਼ਾਨੀਆਂ ਨੇ। ਬੰਦਾ ਜਿੰਨਾ ਮਰਜ਼ੀ ਵੱਡਾ ਹੋਵੇ, ਉਹ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਨੂੰ ਧਾਰਨ ਨਹੀਂ ਕਰ ਸਕਦਾ, ਉਹ ਬਰਾਬਰੀ ਨਹੀਂ ਕਰ ਸਕਦਾ ਹੈ। ਇਸ ਲਈ ਸਭ ਤੋਂ ਵੱਡਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਨਾਨਕ ਕਹੇ ਘਰ ਕੇਵਲ ਨਾਮ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਤੇ ਮਰਜ਼ੀ ਚਲੇ ਜਾਓ, ਇੱਥੇ ਤੁਹਾਡੇ ਕੰਨੀ ਕਥਾ ਪੈ ਰਹੀ ਹੈ, ਕੀਰਤਨ ਹੋ ਕੇ ਹਟਿਆ, ਗੁੜਕੇ ਸਾਹਿਬ ਨੇ ਗੁਰਬਾਣੀ ਦਾ ਪ੍ਰਵਾਹ, ਅਖੰਡ ਪਾਠ ਸਾਹਿਬਾਂ ਦੇ ਭੋਗ ਪੈਣਗੇ, ਫਿਰ ਆਰੰਭ ਹੋਣਗੇ। ਅੱਠੇ ਪੈਰ ਇੱਕ ਤੇ ਲਿਵੈ, ਮੰਨੇਨ ਹੁਕਮਾ ਪਾਰ। ਇਹ ਵੱਡਾ ਘਰ ਕਿਉਂ ਹੈ? ਇਕੱਲੀ ਬਿਲਡਿੰਗ ਦੇ ਨਾਲ ਜਾਂ ਸੋਹਣੇ ਨਾਲ ਜਾਂ ਸੋਹਣਾ ਬਣਿਆ ਹੋਣ ਕਰਕੇ ਜਾਂ ਉੱਚਾ, ਇਸ ਤਰ੍ਹਾਂ ਦੀ ਕੋਈ ਗੱਲਬਾਤ ਵਾਲੀ ਥਿਊਰੀ ਨਹੀਂ ਹੈ ਵੱਡੇ ਘਰ ਦੀ। ਵੱਡੇ ਘਰ ਦਾ ਮਤਲਬ ਇਹ ਹੈ ਕਿ ਇਹਦੇ 'ਚ ਵੱਡੇ ਪਰਮਾਤਮਾ ਦਾ ਹਮੇਸ਼ਾ ਨਾਮ ਕਥਨ ਕੀਤਾ ਜਾਂਦਾ। ਹਰਿਮੰਦਰ ਸਾਹਿਬ ਤਾਂ ਵੱਡਾ ਘਰ ਨਹੀਂ ਹੈ, ਮੈਨੂੰ ਮਾਫ ਕਰਨਾ, ਹੈ ਉਹ ਲੌਜਿਕ ਹੀ ਵੱਡਾ ਘਰ, ਪਰ ਹੈ ਤਾਂ ਬਿਲਡਿੰਗ ਉਹ ਉੱਪਰੋਂ ਗੁੰਮਟ ਕਿਤੇ ਵੇਖਿਓ ਜਿਸ ਤਰ੍ਹਾਂ ਮਿਸਤਰੀ ਨੇ ਹੱਥ ਦੇ ਨਾਲ ਠਾਹ ਕੀਤਾ ਹੋਏ, ਕੱਚਾ ਬਣਾ ਕੇ। ਗੁਰਸਿੱਖ ਤੇ ਮਿਸਤਰੀ ਕਹਿਣ ਲੱਗੇ ਜੀ ਵੱਡਾ ਸਾਰਾ ਗੁੰਮਟ ਹੋਣਾ ਚਾਹੀਦਾ, ਉੱਪਰ ਚੰਗੀ ਤਰ੍ਹਾਂ ਚਬਾਰੇ ਪਾਓ, ਸਭ ਤੋਂ ਵੱਡਾ ਇਹ ਦਿਸੇ ਸ਼ਹਿਰ ਦੇ ਵਿੱਚੋਂ। ਮਾਰੇ ਕਹਿੰਦੇ ਨਹੀਂ ਬਾਈ, ਸਭ ਤੋਂ ਨੀਵਾਂ। ਹੁਣ ਜਦ ਆਪਾਂ ਜਾਂਦੇ ਹਾਂ, ਉਦੋਂ ਤਾਂ ਭਾਵੇਂ ਪੈਰਲਲ ਹੋਵੇ, ਉਹ ਭਰਤੀ ਪੈ ਕੇ ਪਤਾ ਨਹੀਂ ਕਿੰਨੀਆਂ ਹੀ ਪੌੜੀਆਂ ਠਾ ਉਤਰ ਕੇ ਜਾਣਾ ਪੈਂਦਾ, ਤੇ ਉਹਦੇ ਤੋਂ ਵੀ ਗਾਂਹ ਅੱਗੇ ਸਰੋਵਰ ਦੇ ਡੂੰਘੇ ਪਾਣੀ ਦੇ ਵਿੱਚ ਮਹਾਰਾਜ ਨੇ ਸਭ ਤੋਂ ਨੀਵਾਂ, ਸਭ ਤੋਂ ਨਿੱਕੀ ਜਿਹੀ ਛੋਟੀ ਜਿਹੀ ਬਿਲਡਿੰਗ, ਜਿਹਦੇ 'ਚ ਮਸਾਂ ਹੀ 4 ਬੰਦੇ ਉਸ ਪਾਸੇ ਬਹਿੰਦੇ, 4 ਉਸ ਪਾਸੇ ਬਹਿੰਦੇ, ਬਾਕੀ ਕਿਤੇ ਜੋਤ ਰੱਖੀ, ਕਿਤੇ ਗੰਢ ਪੁੱਟਣੀਆਂ, ਸਰੋਪੇ ਰੱਖੇ ਨੇ, ਸਮਾਨ ਹੀ ਇੰਨਾ। ਸੰਗਤ ਨੂੰ ਉਹ ਮਸਾਂ ਹੀ ਦਰਸ਼ਨ ਕਰਨ ਨੂੰ ਮਿਲਦਾ। 4 ਘੰਟੇ ਬੰਦਾ ਲੈ ਕੇ ਜਾਊਗਾ ਦਰਸ਼ਨੀ ਡਿਉੜੀ ਤੋਂ ਹਰਿਮੰਦਰ ਸਾਹਿਬ ਤੱਕ, ਤਾਂ ਉਹ ਮੱਥਾ ਟੇਕ ਸਕੂਗਾ। 4 ਘੰਟੇ ਪੂਰੇ ਮੈਂ ਵੇਖੇ। ਸੋਚੀਦਾ ਵੀ ਚਲੋ ਉਵੇਂ ਹੀ ਬਹਿ ਕੇ ਕੀਰਤਨ ਸੁਣਨਾ ਹੀ ਹੈ, ਖੜੇ ਖੜੋਤੇ ਹੀ ਸਹੀ। ਤੋ ਇੰਨੀ ਸੰਗਤ ਨਤਮਸਤਕ ਹੁੰਦੀ ਹੈ, ਜਗ੍ਹਾ ਛੋਟੀ ਜਿਹੀ, ਥੋੜੀ ਜਿਹੀ ਬਸ। ਆਮ ਸਾਡੇ ਘਰਾਂ ਦੇ ਅੱਜ ਕੱਲ੍ਹ ਦਰਵਾਜ਼ੇ ਬੜੇ ਵੱਡੇ ਨੇ, ਤੇ ਉਹ ਆਮ ਛੋਟੀ ਜਿਹੀ ਬਿਲਡਿੰਗ ਹੈ। ਵੱਡੇ ਘਰ ਦਾ ਮਤਲਬ ਇਹ ਹੈ ਕਿ ਉੱਥੇ ਵਾਹਿਗੁਰੂ ਦਾ ਵੱਡਾ ਨਾਮ ਹੈ। ਰੀਸੋ ਘੜੀਸ ਲੋਕ ਬਥੇਰੀ ਕਰਦੇ ਨੇ, ਕਿਉਂਕਿ ਸਾਡੇ ਇੰਡੀਅਨ ਬੰਦਿਆਂ ਦੇ ਵਿੱਚ ਇਹ ਸਭ ਤੋਂ ਵੱਡੀ ਬਿਮਾਰੀ ਹੈ। ਪੱਲੇ ਮੇਰੇ ਭਾਵੇਂ ਕੁਛ ਨਹੀਂ ਹੋਊਗਾ, ਪਰ ਮੈਂ ਰੀਸ ਤੁਹਾਡੀ ਪੁੱਜ ਕੇ ਕਰੂੰਗਾ। ਕੱਪੜੇ ਲੀੜੇ ਉਹ ਸਾਰਾ ਕੁਛ ਵਧੀਆ। ਉਹ ਕਿਸੇ ਨੇ ਚੁਟਕਲਾ ਬਣਾਇਆ, ਕਹਿੰਦੇ ਵੀ ਸੂਈ ਤਿਆਰ ਕੀਤੀ ਚਾਈਨਾ ਵਾਲਿਆਂ ਨੇ, ਆਪਣਾ ਅਮਰੀਕਾ ਵਾਲਿਆਂ ਨੇ, ਤੇ ਚਾਈਨਾ ਨੂੰ ਆਖਿਆ ਵੀ ਤੁਸੀਂ ਕੁਛ ਇਹਦੇ 'ਚ ਕਰੋ। ਕਹਿੰਦੇ ਉਹਨਾਂ ਸ਼ੇਕ ਪਾਤਾ। ਸ਼ੇਕ ਪਾਉਣਾ ਵੀ ਬੜੀ ਵੱਡੀ ਕਲਾਕਾਰੀ ਹੈ। ਇੰਡੀਆ ਨੂੰ ਕਹਿੰਦੇ ਵੀ ਤੂੰ ਕੁਛ ਕਰ, ਉਹਨੇ ਲਿਖਤਾ ਮੇਡ ਇਨ ਇੰਡੀਆ। ਬਸ ਸਾਡਾ ਇਹੀ ਕੰਮ ਹੈ, ਮਤਲਬ ਦੂਸਰੇ ਦੀ ਰੀਸ ਕਰਨੀ ਜਾਂ ਦੂਸਰੇ ਦੀ ਚੀਜ਼ ਨੂੰ ਆਪ ਦਾ ਬਿੱਲਾ ਲਾ ਕੇ ਤੇ ਉਹਦਾ ਪ੍ਰਚਾਰ ਕਰਨਾ। ਹਰਿਮੰਦਰ ਸਾਹਿਬ ਦੀ ਤਰਜ਼ ਤੇ ਉੱਥੇ ਮੰਦਿਰ ਵੀ ਬਣਿਆ ਜਿਹਨੂੰ ਸੀਤਲਾ ਮੰਦਿਰ ਬੋਲਦੇ ਨੇ। ਮੈਨੂੰ ਯਾਦ ਹੈ ਪੂਰਾ ਮਿਸ ਐਲਜ਼ਾਬੈਥ ਆਈ ਸੀ, ਇੰਗਲੈਂਡ ਦੀ ਕਵੀਨ, ਤੇ ਵੀਰਾਂ ਨੇ ਆਖਿਆ ਵੀ ਉੱਥੇ ਮੰਦਿਰ 'ਚ ਵੀ ਜਾ ਕੇ ਦਰਸ਼ਨ ਪਾਓ ਜੀ। ਉਹਨੇ ਸਿਰਫ ਇੱਕੋ ਹੀ ਸਵਾਲ ਕੀਤਾ, ਕਹਿੰਦੀ ਵੀ ਉਹਦੀ ਹਿਸਟਰੀ ਕੀ ਹੈ। ਮੈਂ ਹਿਸਟੋਰੀਕਲ ਪਲੇਸਿਸ ਤੇ ਜਾਣਾ ਪਸੰਦ ਕਰਦੀ, ਉਹਦੀ ਬੈਕਗਰਾਉਂਡ ਦੱਸੋ, ਉਹਦਾ ਇਤਿਹਾਸ ਕੀ ਹੈ। ਹੁਣ ਕੋਈ ਹੋਵੇ ਤਾਂ ਦੱਸੇ, ਕੀਤੀ ਤਾਂ ਰੀਸ ਹੈ।
ਉਹ ਤਰ੍ਹਾਂ ਦੇ ਹੀ ਦਰਵਾਜ਼ੇ, ਉਹ ਤਰ੍ਹਾਂ ਦੀਆਂ ਸਵਰਗ ਦੁਆਰੀਆਂ, ਉਹ ਤਰ੍ਹਾਂ ਦਾ ਹੀ ਸਰੋਵਰ, ਉਹ ਤਰ੍ਹਾਂ ਦੀ ਉਹ ਪੁਲ, ਸਭ ਕੁਝ ਬਿਲਕੁਲ ਸੇਮ ਟੂ ਸੇਮ। ਸਿਰਫ ਇੱਕੋ ਹੀ ਫਰਕ ਹੈ ਵੀ ਉੱਥੇ ਰਾਗੀ ਬਹਿ ਕੇ ਕੀਰਤਨ ਨਹੀਂ ਕਰਦੇ, ਤੁਹਾਨੂੰ ਮਿਲਣਗੇ। ਕੈਮਰੇ ਵੀ ਜਿਹੜੇ ਸਾਡੇ ਘਰਾਂ 'ਚ ਲੱਗੇ ਹੁੰਦੇ ਨੇ, ਉਹਦੇ ਨਾਲ ਲਾਈਵ ਲੋਕ ਚੱਲਦਾ। ਉਹੋ ਜਿਹਾ ਰਸ ਨਹੀਂ, ਉਹੋ ਜਿਹਾ ਆਨੰਦ ਨਹੀਂ ਹੈ। ਡਿੱਠੇ ਸਭੇ ਥਾਪ ਨਹੀਂ ਤੁਧ ਜਿਹਾ, ਇਹ ਖਾਸੀਅਤ ਕੇਵਲ ਤੇ ਕੇਵਲ ਹਰਮੰਦਰ ਸਾਹਿਬ ਦੇ ਅੰਦਰ ਹੀ ਹੈ। ਉੱਥੋਂ ਦੇ ਰਾਗੀ ਵੀ ਤੁਸੀਂ ਹਾਇਰ ਕਰਕੇ ਪੈਸੇ ਦੇ ਕੇ ਬੁਲਾ ਲੈਂਦੇ ਹੋ, ਪਰ ਜਿਹੜੇ ਕੀਰਤਨ ਦਾ ਆਨੰਦ ਉਹਨਾਂ ਦੀ ਰਸਨਾ ਤੋਂ ਉਸ ਜਗ੍ਹਾ ਤੇ ਹੈ, ਕਿਤੇ ਪਰਤਿਆ ਕੇ ਵੇਖ ਲਿਓ। ਬਾਣੀ 'ਚ ਵੈਸੇ ਫਰਕ ਕੋਈ ਨਹੀਂ, ਰਾਗੀਆਂ ਦੀ ਰਸਨਾ ਵੀ ਬੜੀ ਕਮਾਲ ਦੀ ਹੁੰਦੀ। ਪਤਾ ਨਹੀਂ ਸਾਊਂਡ ਦਾ ਕੋਈ ਹਿਸਾਬ ਕਿਤਾਬ ਹੈ, ਜਾਂ ਕੋਈ ਸੰਗਤ ਦਾ ਰੌਲਾ ਰੱਪਾ ਲਾ ਲਓ, ਜਾਂ ਕੁਛ ਵੀ ਲਾ ਲਓ, ਉਹੋ ਜਿਹੀ ਗੱਲ ਨਹੀਂ ਬਣਦੀ। ਜਿਹੜੀ ਚੀਜ਼ ਉੱਥੇ ਹੈ, ਬੰਦਾ ਉੱਥੋਂ ਦੇ ਭੁਲੇਖੇ ਸੋਚਦਾ ਵੀ ਬੜਾ ਆਨੰਦ ਹੈ ਜੀ, ਪਰ ਜਗ੍ਹਾ ਬਦਲਣ ਤੋਂ ਹੀ ਆਨੰਦ 'ਚ ਫਰਕ ਪੈ ਜਾਂਦਾ। ਇਸ ਵਾਸਤੇ ਜਿਹੜੀ ਚੀਜ਼ ਤੁਹਾਨੂੰ ਗੁਰਦੁਆਰੇ ਮਿਲੂਗੀ ਉਹ ਕਿਸੇ ਹੋਰ ਜਗ੍ਹਾ ਤੇ ਨਹੀਂ ਮਿਲੂਗੀ। ਮਹਾਰਾਜ ਦਾ ਘਰ ਇਸ ਲਈ ਉੱਚਾ ਹੈ। 9 ਖੰਡਾਂ ਵਾਲਾ ਸੰਸਾਰ ਰੂਪ ਘਰ ਥਾਪ ਕੇ ਮਹਲ ਸਰੂਪ ਪਰਮਾਤਮਾ ਨੇ ਸੱਚਖੰਡ ਰੂਪ ਆਪਣਾ ਉੱਚਾ ਘਰ ਬਣਾਉਣਾ ਕੀਤਾ। ਸੱਚਖੰਡ ਵਸੈ ਨਿਰੰਕਾਰ, ਨਿਰੰਕਾਰ ਗੁਰਬਾਣੀ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਜਿੱਥੇ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦਾ ਵਾਸਾ, ਸਮਝ ਲਓ ਵੀ ਉੱਥੇ ਵਾਹਿਗੁਰੂ ਦਾ ਵਾਸਾ। ਤੇ ਇਸ ਦਸਮ ਦੁਆਰ ਜਾਂ ਸੱਚਖੰਡ ਰੂਪੀ ਨਿਜ ਘਰ, ਆਪਣੇ ਘਰ ਵਿੱਚ ਪਾਤਸ਼ਾਹ ਜੀ ਫਰਮਾਉਂਦੇ ਨੇ, ਨਵ ਘਰ ਥਾਪ ਮਹਿਲ ਘਰ ਉੱਚਾ। ਇਹ 9 ਖੰਡਾਂ ਵਾਲਾ ਸੰਸਾਰ ਰੂਪ ਘਰ ਥਾਪ ਕੇ ਮਹੱਲ ਸਰੂਪ ਪਰਮਾਤਮਾ ਨੇ ਸੱਚਖੰਡ ਰੂਪ ਆਪਣਾ ਉੱਚਾ ਘਰ ਬਣਾਉਣਾ ਕੀਤਾ ਹੈ। ਨਿਜ ਘਰ ਵਾਸ ਮੁਰਾਰੇ, ਇਸ ਦਸਮ ਦੁਆਰ ਸੱਚਖੰਡ ਰੂਪ ਆਪਣੇ ਘਰ ਵਿੱਚ ਮੁਰਾਰੀ ਪ੍ਰਭੂ ਦਾ ਨਿਵਾਸ ਹੈ। ਇਸੇ ਪ੍ਰਕਾਰ ਨਵ ਘਰ ਥਾਪ ਮਹਿਲ ਘਰ ਉੱਚਾ। ਜਿਸ ਵਾਹਿਗੁਰੂ ਨੇ ਸਰੀਰ ਰੂਪੀ ਘਰ, ਇਹਦੇ ਵਿੱਚ 9 ਗੋਲਕਾਂ ਨੂੰ ਵਿਸ਼ਿਆਂ ਵੱਲੋਂ ਰੋਕਣਾ ਕੀਤਾ ਹੈ, ਉਸ ਨੂੰ ਤੁਰਿਆ ਪਦ ਰੂਪ ਮਹੱਲ ਅਤੇ ਸਰੂਪ ਰੂਪੀ ਉੱਚਾ ਘਰ ਪ੍ਰਾਪਤ ਹੋਇਆ ਹੈ। ਨਿਜ ਘਰ ਵਾਸ ਮੁਰਾਰੇ, ਅਰੇ ਉਸ ਦੇ ਆਪਣੇ ਹਿਰਦੇ ਰੂਪ ਘਰ ਵਿੱਚ ਮੁਰਾਰੀ ਪ੍ਰਭੂ ਨੇ ਨਿਵਾਸ ਕੀਤਾ ਹੋਇਆ ਹੈ। ਸਭ ਤੇਰੀ ਤੂੰ ਮੇਰਾ ਪ੍ਰੀਤਮ। ਐਸੀ ਜਗਿਆਸੂ ਰੂਪ ਇਸਤਰੀ ਦੀ ਅਜਿਹੀ ਦ੍ਰਿਸ਼ਟੀ ਹੁੰਦੀ ਹੈ। ਉਹ ਕਹਿੰਦੀ ਹੈ ਕਿ ਹੇ ਪ੍ਰਮਾਤਮਾ, ਸਾਰੀ ਸ੍ਰਿਸ਼ਟੀ ਤੇਰੀ ਹੀ ਪੈਦਾ ਕੀਤੀ ਹੋਈ ਹੈ, ਤੂੰ ਹੀ ਮੇਰਾ ਪਿਆਰਾ ਪਰਮ ਪ੍ਰੇਮ ਦਾ ਆਸਪਦ ਰੂਪ ਹੈ। ਨਿਸਬਾਸੁਰ ਰੰਗ ਰਾਵੈ, ਮੈਂ ਰਾਤ ਅਤੇ ਦਿਨ ਪ੍ਰੇਮ ਨਾਲ ਤੇਰਾ ਜਸ ਉਚਾਰਦੀ ਹਾਂ, ਜਾਂ ਮਹਾਤਮਾ ਰਾਤ ਦਿਨ ਤੇਰੇ ਆਨੰਦ ਨੂੰ ਮਨ ਕਰਦੇ ਨੇ। ਨਾਨਕ ਪ੍ਰਿਓ ਪ੍ਰਿਓ ਚਵੈ ਬਬੀਹਾ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਕਿ ਇੰਜ ਮੇਰਾ ਜਾਂ ਸੰਤ ਜਨਾਂ ਦਾ ਚਿਤ ਰੂਪ ਪੀਹਾ ਪਤੀ ਪਤੀ ਪਿਆਰਾ ਪਿਆਰਾ ਉਚਾਰਦਾ ਹੈ। ਕੋਕਿਲ ਸ਼ਬਦ ਸੁਹਾਵੈ, ਅਤੇ ਕੋਇਲ ਦੀ ਤਰ੍ਹਾਂ ਮਹਾਤਮਾ ਦੀ ਵੈਰਾਗਮਈ ਵਿਛੋੜੇ ਵਾਲੀ ਜਿਹੜੀ ਬਾਣੀ ਹੈ, ਜਾਂ ਜਿਹੜੀ ਕੋਇਲ ਰੂਪ ਜ਼ਬਾਨ ਹੈ, ਉਹ ਗੁਰਾਂ ਦੇ ਉਪਦੇਸ਼ ਕਰਕੇ ਸ਼ੋਭਨੀਕ ਹੋ ਰਹੀ ਹੈ। ਤੂੰ ਸੁਣ ਹਰ ਰਸ ਭਿੰਨੇ, ਤੂੰ ਸਾਡੀ ਬੇਨਤੀ ਸੁਣਨਾ ਕਰ। ਤੇਰੇ ਹਰੀ ਰਸ ਵਿੱਚੋਂ ਸਾਡਾ ਹਿਰਦਾ ਅਤੇ ਇੰਦਰੀ ਆਦਿਕ ਭਿੱਜੇ ਹੋਏ ਨੇ। ਹੀ ਵਾਹਿਗੁਰੂ ਪ੍ਰੀਤਮ ਆਪਣੇ, ਇਹ ਸਾਡੇ ਆਪ ਦੇ ਪਿਆਰੇ ਹਰੀ, ਤੂੰ ਸਾਡੀ ਦੇ ਕੰਨ ਸੁਣੋ ਅਰਦਾਸ ਜੀਓ। ਕੰਨ ਦੇ ਕੇ ਧਿਆਨ ਨਾਲ ਅਰਦਾਸ ਬੇਨਤੀ ਸੁਣ। ਇਸੇ ਪ੍ਰਕਾਰ ਤੂੰ ਸੁਣ ਹਰ ਰਸ ਭਿੰਨੇ, ਇਹ ਹਰੀ ਤੂੰ ਸਾਰਿਆਂ ਵਿੱਚ ਰਸ ਰੂਪ ਹੋ ਕੇ ਭਿੱਜਾ ਹੋਇਆ ਹੈ।
ਤੂੰ ਸਾਡੀ ਬੇਨਤੀ ਨੂੰ ਸੁਣ। ਪ੍ਰੀਤਮ ਆਪਣੇ ਜੋ ਪਰਮ ਪ੍ਰੇਮ ਦੇ ਅਸਪਦ ਰੂਪ ਸਤਿਗੁਰੂ ਜੀ ਆਪਣੇ ਸਰੂਪ ਦੀ ਸਖਿਆਤਾ ਵਾਲੇ ਨੇ, ਉਹਨਾਂ ਦੇ ਪ੍ਰੇਮ ਵਿੱਚ ਸਾਨੂੰ ਭਿਉਣਾ ਕਰ। ਮਨ ਤਨ ਰਵ ਤਰ ਬੰਨੇ ਮਹਾਤਮਾ ਜਨ ਹਿਰਦੇ ਕਰਕੇ ਤੇਰਾ ਜਸ ਉਚਾਰਦੇ ਨੇ ਅਤੇ ਸਰੀਰ ਕਰਕੇ ਵੀ ਤੇਰਾ ਜਸ ਉਚਾਰਦੇ ਨੇ। ਘੜੀ ਨਾ ਬਿਸਰੈ ਤੂੰ ਉਹਨਾਂ ਨੂੰ ਇੱਕ ਘੜੀ ਮਾਤਰ ਵੀ ਭੁੱਲਦਾ ਨਹੀਂ ਹੈ। ਜੋ ਘੜੀ ਬਿਸਾਰੀ ਘੜੀ ਹੁੰਦੀ ਹੈ 24 ਮਿੰਟਾਂ ਦੀ, ਫਿਰ ਮੈਂ ਵੀ ਇੱਕ ਘੜੀ ਮਾਤਰ ਤੈਨੂੰ ਕਿਸ ਲਈ ਭੁਲਾਉਣਾ ਕਰਾਂ। ਆਓ ਬਲਿਹਾਰੀ ਮੈਂ ਤਾਂ ਤੇਰੇ ਤੋਂ ਸਦਾ ਕੁਰਬਾਨ ਜਾਂਦੀ ਆ। ਓ ਜੀਵਾ ਗੁਣ ਗਾਏ ਕਿਉਂਕਿ ਤੇਰੇ ਗੁਣਾਂ ਨੂੰ ਗਾ ਕੇ ਹੀ ਮੈਂ ਜਿਉਣਾ ਕਰਦੀ ਹਾਂ। ਨਾ ਕੋਈ ਮੇਰਾ ਸੰਸਾਰ ਵਿੱਚ ਨਾ ਹੀ ਕੋਈ ਮੇਰਾ ਬੇਲੀ ਹੈ। ਓ ਕਿਸ ਕੀਰਾ ਫਿਰ ਮੈਂ ਕਿਸੇ ਦਾ ਕੀ ਬਣਨਾ ਹੈ। ਹਰ ਬਿਨ ਰਹਿਣ ਨਾ ਜਾਏ ਇਸ ਲਈ ਹੈ ਹਰੀ ਤੇਰੇ ਤੋਂ ਬਿਨਾ ਮੇਰੇ ਕੋਲ ਰਿਹਾ ਨਹੀਂ ਜਾਂਦਾ। ਓਟ ਗਹੀ ਹਰ ਚਰਨ ਨਿਵਾਸੇ ਇਹ ਪਰਮਾਤਮਾ ਮੈਂ ਬਾਣੀ ਕਰਕੇ ਤੇਰੀ ਓਟ ਟੇਕ ਗ੍ਰਹਿਣ ਕੀਤੀ ਹੈ, ਮਨ ਕਰਕੇ ਤੇਰੇ ਚਰਨਾਂ ਵਿੱਚ ਵਸਣਾ ਕੀਤਾ ਹੈ। ਭਏ ਪਵਿੱਤਰ ਸਰੀਰਾ ਅਤੇ ਸਰੀਰ ਕਰਕੇ ਤੇਰੀ ਸ਼ਰਨ ਗ੍ਰਹਿਣ ਕਰਕੇ ਉਜਲ ਜੀਵਨ ਵਾਲਾ ਹੋ ਗਿਆ। ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੈ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਥਨ ਕਰਦੇ ਹੈ ਹਰੀ ਉਹ ਤੇਰੀ ਵੱਡੀ ਕਿਰਪਾ ਦੀ ਦ੍ਰਿਸ਼ਟੀ ਕਰਕੇ ਆਤਮਿਕ ਸੁਖ ਪਾਉਂਦਾ ਹੈ। ਗੁਰ ਸਬਦੀ ਮਨ ਧੀਰਾ ਜਿਸ ਦਾ ਮਨ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਧੀਰਜ ਦਾ ਦੇ ਸਹਿਤ ਹੋਇਆ ਹੈ। ਬਰਸੈ ਅੰਮ੍ਰਿਤ ਧਾਰ ਜਿਵੇਂ ਵਰਖਾ ਰੁੱਤ ਵਿੱਚ ਬੱਦਲ ਅੰਮ੍ਰਿਤ ਦੀਆਂ ਧਾਰਾਂ ਨਾਲ ਵਰਸਦਾ ਹੈ। ਖਿਆਲ ਕਰਨਾ, ਪਹਿਲਾ ਪਾਣੀ ਜੀਓ ਹੈ। ਅੰਮ੍ਰਿਤ ਦਾ ਕੀ ਅਰਥ ਤੁਸੀਂ ਕੱਢਦੇ ਹੋ? ਜਿਹਦੇ ਨਾਲ ਬੰਦਾ ਮਰੇ ਨਾ, ਮਤਲਬ ਮਰਦਾ ਮਰਦਾ ਵੀ ਜਿਉਂਦਾ ਹੋ ਜਾਏ। ਉਹ 20 ਰੁਪਈਆਂ ਦੀ ਬੋਤਲ ਆਉਂਦੀ ਆ ਪਾਣੀ ਦੀ। ਜੇ ਕਿਤੇ ਚੰਡੀਗੜ੍ਹ ਵੀ ਕਿੱਡੇ ਵੱਡੇ ਸ਼ਹਿਰ ਦੇ ਵਿੱਚ ਵੀ ਜਿਹੜਾ ਕਿੱਡਾ ਡਿਵੈਲਪ ਤੇ ਜਿਹਨੂੰ ਕਹਿੰਦੇ ਬਿਊਟੀਫੁਲ, ਇੱਕ ਵਾਰ ਮੈਂ ਹੱਥ ਧੋਣ ਲੱਗ ਪਿਆ ਤੇ ਉਹ ਮਾਲੀ ਕਹਿਣ ਲੱਗਾ ਵੀ ਬਾਬਾ ਜੀ ਵੀ ਪਾਰਕ ਵਾਲਾ ਜਿਹੜਾ ਪਾਣੀ ਹੈ ਇਹ ਗੰਦਾ ਪਾਣੀ ਹੈ, ਸੀਵਰੇਜ ਦਾ ਸਾਫ਼ ਕੀਤਾ ਹੋਇਆ, ਵੀ ਇਹਨੂੰ ਕਿਤੇ ਮੂੰਹ ਨਾਲ ਨਾ ਲਾ ਲਓ। ਉਹ ਮੈਨੂੰ ਪਹਿਲੀ ਵਾਰ ਪਤਾ ਲੱਗਾ, ਨਹੀਂ ਤਾਂ ਆਪਾਂ ਸੋਚਦੇ ਸੀ ਵੀ ਜਿੱਥੇ ਟੂਟੀ ਹੁੰਦੀ ਹੈ ਉਹ ਪਾਣੀ ਸਾਫ਼ ਹੀ ਹੁੰਦਾ ਹੈ। ਤਾਂ ਇੰਨੀ ਪਾਣੀ ਦੀ ਘਾਟ ਹੈ, ਖਾਸ ਕਰਕੇ ਸਾਡੇ ਇਸ ਇਲਾਕੇ ਦੇ ਵਿੱਚ। ਅੰਮ੍ਰਿਤ ਵੇਖੋ, ਰੱਬ ਵੇਖੋ ਕਿੰਨਾ ਅੰਮ੍ਰਿਤ ਸੁੱਟ ਰਿਹਾ ਹੈ, ਕਿੰਨਾ ਨਿਹਾਲ ਕਰ ਰਿਹਾ ਹੈ। ਮੀਂਹੋਂ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਸਾਡੀ ਜ਼ਿੰਦਗੀ ਹੀ ਬਾਰਿਸ਼ ਦੇ ਨਾਲ। ਜੇ ਕਿਤੇ ਰੱਬ ਨਾ ਕਰੇ ਬਾਰਿਸ਼ ਨਾ ਪਏ ਤੇ ਹਜ਼ਾਰਾਂ ਹੀ ਬਿਮਾਰੀਆਂ ਤੇ ਫੈਲ ਜਾਣ। ਜੇ ਸੂਰਜ ਧੁੱਪ ਵੀ ਨਾ ਕੱਢੇ ਉਹ ਵੀ ਇੱਕ ਅੰਮ੍ਰਿਤ ਹੀ ਹੈ। ਮਤਲਬ ਰੱਬ ਦੀ ਹਰੇਕ ਦਾਤ ਸਾਡੇ ਲਈ ਅੰਮ੍ਰਿਤ ਹੈ, ਭਾਵੇਂ ਉਹ ਧੁੱਪ ਹੈ ਤੇ ਭਾਵੇਂ ਉਹ ਮੀਂਹ ਹੈ ਤੇ ਭਾਵੇਂ ਉਹ ਪਾਣੀ ਹੈ ਤੇ ਭਾਵੇਂ ਜੋ ਮਰਜ਼ੀ ਹੈ, ਸਭ ਕੁਝ ਅੰਮ੍ਰਿਤ ਹੀ ਹੈ, ਰੱਬ ਦਾ ਦਿੱਤਾ ਹੋਇਆ। ਤੇ ਆ ਤਾਂ ਪ੍ਰਤਾਖੀ ਅੰਮ੍ਰਿਤ ਹੈ ਜੋ ਅੱਜ ਕਥਾ ਕੀਰਤਨ ਦੀ ਬਾਰਿਸ਼ ਗੁਰਦੁਆਰੇ ਪਾ ਰਿਹਾ ਹੈ। ਇਹਦੇ ਨਾਲ ਹੀ ਸਾਡੀ ਜ਼ਿੰਦਗੀ ਹੈ। ਪਾਣੀ ਦੀਆਂ ਬੂੰਦਾਂ ਸੋਭਦੀਆਂ ਨੇ ਕਥਾ ਕੀਰਤਨ ਦੀਆਂ। ਇਹ ਸਵੰਤੀ ਉਪਦੇਸ਼ ਰੂਪ ਬੂੰਦ ਸ਼ੋਭਨੀਕ ਹੁੰਦੀ ਹੈ। ਬੂੰਦ ਸੁਹਾਵਣੀ ਗੁਰੂ ਇੱਕ ਬੱਦਲ ਹੈ। ਜਗਿਆਸੂ ਦੀ ਸ਼ੌਂਕ ਅਵਸਥਾ ਰੂਪੀ ਵਰਖਾ ਰੁੱਤ ਵਿੱਚ ਜਦ ਉਪਦੇਸ਼ ਬ੍ਰਹਮਾਨੰਦ ਰੂਪ ਅੰਮ੍ਰਿਤ ਦੀਆਂ ਧਾਰਾਂ ਵਰਸਾਉਂਦਾ ਹੈ ਤਾਂ ਜੀਵ ਈਸ਼ ਦੀ ਏਕਤਾ ਰੂਪ ਸਵੰਤੀ ਬੂੰਦ ਸ਼ੋਭਨੀਕ ਲੱਗਦੀ ਹੈ। ਤਪਤ ਮਾਹੇ ਠਾਂਡ ਵਰਤਾਈ, ਅਨੰਦ ਭਇਆ ਦੁੱਖ ਨਾਠੇ ਪਾਏ। ਜਾਂ ਜਿਸ ਜਗਿਆਸੂ ਰੂਪ ਬਬੀਏ ਨੂੰ ਉਪਦੇਸ਼ ਰੂਪ ਸਵੰਤੀ ਬੂੰਦ ਦੀ ਪ੍ਰਾਪਤੀ ਹੁੰਦੀ ਹੈ, ਉਸ ਦੀ ਬੁੱਧੀ ਸ਼ੋਭਨੀਕ ਹੋ ਜਾਂਦੀ ਹੈ। ਜਾਂ ਮਹਾਤਮਾ ਨੂੰ ਭੇਦ ਨਿਸ਼ਚੈ ਰੂਪ ਸਵੰਤੀ ਬੂੰਦ ਸ਼ੋਭਨੀਕ ਲੱਗਦੀ ਹੈ। ਮਹਾਰਾਜ ਦਾ ਐਡਾ ਵੱਡਾ ਗੁਣ ਹੈ। ਮੈਨੂੰ ਤਾਂ ਜਿੱਦੇ ਵੀ ਪਿਆਸ ਲੱਗੇ ਮੈਂ ਤਾਂ ਗੁਰਦੁਆਰਾ ਲੱਭਦਾ, ਕਿਉਂਕਿ ਰੱਬ ਦੀ ਕਿਰਪਾ ਨਾਲ ਹਰੇਕ ਸੈਕਟਰ ਦੇ ਵਿੱਚ, ਮੁਹਾਲੀ ਦੇ ਹਰੇਕ ਫੇਜ਼ ਵਿੱਚ
ਇੱਕ ਦੀ ਬਜਾਏ ਦੋ ਦੋ ਤਿੰਨ ਤਿੰਨ, ਕੋਈ ਰਵਿਦਾਸ ਜੀ ਦਾ, ਕੋਈ ਕਬੀਰ ਜੀ ਦੇ ਨਾਮ ਦਾ, ਕੋਈ ਨਾਨਕ ਸਰ ਦਾ, ਤੇ ਕੋਈ ਕਾਰਸੇ ਵਾਲੇ ਬਾਬੇ ਜਗਤਾਰ ਸਿੰਘ। ਨਾਲੇ ਗੁਰਦੁਆਰੇ ਜਾਓ, ਮੂੰਹ ਧੋ, ਪਾਣੀ ਧਾਣੀ ਪੀਓ, ਮੱਥਾ ਟੇਕੋ ਤੇ 2 ਘੜੀਆਂ ਬੈਠ ਕੇ ਰੱਬ ਰੱਬ ਕਰੋ। ਤੇ ਇਸ ਵਾਸਤੇ ਮਹਾਰਾਜ ਨੇ ਇੰਨਾ ਖੁੱਲਾ ਲੰਗਰ ਲਾਇਆ ਹੋਇਆ ਹੈ। ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਏ। ਸਾਜ ਨ ਮਿਲੇ ਸਹਿਜ ਸੁਭਾਏ। ਮਹਾਤਮਾ ਨੂੰ ਅਭੇਦ ਨਿਸ਼ਚੇ ਰੂਪ ਸਵੰਤੀ ਬੂੰਦ ਸ਼ੋਭਨੀਕ ਲੱਗਦੀ ਹੈ। ਜਦੋਂ ਸ਼ਾਂਤੀ ਸੁਭਾਅ ਦੇ ਧਾਰਨ ਕਰਕੇ ਮਿੱਤਰ ਰੂਪ ਗੁਰੂ ਜੀ ਮਿਲੇ ਤਾਂ ਹਰ ਸਿਓ ਪ੍ਰੀਤ ਬਣੀ। ਪਰਮੇਸ਼ਰ ਨਾਲ ਸਾਡੀ ਪ੍ਰੀਤੀ ਬਣ ਆਈ। ਹਰ ਮੰਦਰ ਆਵੈ ਜਾ ਪ੍ਰਭ ਭਾਵੈ। ਜਦ ਪ੍ਰਭੂ ਗੁਰੂ ਨੂੰ ਭਾਉਂਦਾ ਹੈ ਤਦੋਂ ਹੀ ਪਰਮਾਤਮਾ ਹਿਰਦੇ ਰੂਪ ਘਰ ਵਿੱਚ ਆਉਂਦਾ ਹੈ। ਜਾਂ ਅਸੀਂ ਹਰਿਮੰਦਰ ਸਾਹਿਬ ਜਾਂਦੇ ਹਾਂ, ਭਾਵ ਸਾਖਿਆਤਕਾਰ ਵਾਹਿਗੁਰੂ ਹੁੰਦਾ, ਸਾਨੂੰ ਦਰਸ਼ਨ ਦਿੰਦਾ ਹੈ। ਤਨ ਉਬੀ ਗੁਣ ਸਾਰੀ। ਵਾਹਿਗੁਰੂ ਤਾਂ ਹਰਿਮੰਦਰ ਸਾਹਿਬ ਦੇ ਅੰਦਰ ਹੀ ਹੈ, ਆਪਾਂ ਹੀ ਨਹੀਂ ਜਾਂਦੇ। ਵਾਹਿਗੁਰੂ ਤਾਂ ਹਿਰਦੇ ਵਿੱਚ ਹੀ ਹੈ, ਅਸੀਂ ਉਹ ਹੀ ਨਹੀਂ ਅੱਖਾਂ ਖੋਲਦੇ। ਮੈਂ ਜਗਿਆਸੂ ਰੂਪ ਇਸਤਰੀ ਖੜੀ, ਭਾਵ ਸਮਾਹਤ ਚਿੱਤ ਹੋ ਕੇ ਪ੍ਰਭੂ ਦੇ ਗੁਣਾਂ ਨੂੰ ਸੰਭਾਲਣਾ ਕਰਦੀ ਹਾਂ। ਘਰ ਘਰ ਕਾਂਤਰ ਵੈ ਸੁਹਾਗਣ। ਜਦੋਂ ਪਤੀ ਪਰਮਾਤਮਾ ਸਰੀਰ ਸਰੀਰ ਹਿਰਦੇ ਹਿਰਦੇ ਅੰਦਰ ਮਹਾਤਮਾ ਰੂਪ ਸੁਹਾਗਵੰਤੀਆਂ ਨੂੰ ਰਾਵਣਾ ਕਰਦਾ ਹੈ। ਕਿਉ ਕੰਤ ਵਿਸਾਰੀ। ਫਿਰ ਉਸ ਪਤੀ ਪ੍ਰਭੂ ਨੇ ਮੈਨੂੰ ਕਾਹਦੇ ਵਾਸਤੇ ਭੁਲਾਇਆ ਹੋਇਆ? ਜਦੋਂ ਸ਼ਾਸਤਰਾਂ ਦੁਆਰਾ ਗਿਆਨਵਾਨ ਸੁਹਾਗਵੰਤੀਆਂ ਉਸ ਪਤੀ ਪ੍ਰਭੂ ਦਾ ਜਸ ਉਚਾਰ ਰਹੀਆਂ ਨੇ, ਤੇ ਫਿਰ ਮੈਂ ਗੁਰੂ ਗ੍ਰੰਥ ਸਾਹਿਬ ਏਡਾ ਵੱਡਾ ਪਾ ਕੇ ਵੀ ਪਤੀ ਪ੍ਰਭੂ ਨੂੰ ਕਿਉਂ ਭੁਲਾਉਣਾ ਕਰਾਂ? ਨਵ ਘਨ ਛਾਏ। ਜਿਵੇਂ ਜਦੋਂ ਝੁਕ ਕੇ ਬੱਦਲ ਫੈਲ ਜਾਂਦੇ ਨੇ, ਬਰਸ ਸੁਭਾਏ। ਤਦੋਂ ਸੁਭਾਵਕ ਹੀ ਵਰਸਣਾ ਕਰਦੇ ਨੇ। ਮਨ ਤਨ ਪ੍ਰੇਮ ਸੁਖਾਵੈ। ਜਿਸ ਕਰਕੇ ਉਸ ਸਮੇਂ ਇਸਤਰੀ ਦੇ ਮਨ ਤਨ ਵਿੱਚ ਪਤੀ ਦਾ ਪ੍ਰੇਮ ਸੁਖਾਉਂਦਾ ਹੈ। ਇਸੇ ਪ੍ਰਕਾਰ ਨਵ ਘਨ ਛਾਏ। ਗੁਰੂ ਰੂਪੀ ਬੱਦਲ ਨਿਭ ਕੇ, ਭਾਵ ਕਿਰਪਾਲਤਾ ਦੇ ਘਰ ਵਿੱਚ ਆ ਕੇ ਛਾ ਕੇ, ਭਾਵ ਸੰਗਤ ਦੇ ਵਿੱਚ ਅਸਥਿਤ ਹੁੰਦੇ ਨੇ। ਬਰਸ ਸੁਭਾਏ। ਤਦੋਂ ਸੁਭਾਵਕ ਹੀ ਪਰਮੇਸ਼ਰ ਦੇ ਪ੍ਰਕਾਸ਼ ਵਾਲੀ ਉਪਦੇਸ਼ ਨੂੰ ਵਰਖਾ ਕਰਦੇ ਹਨ। ਮਨ ਤਨ ਪ੍ਰੇਮ ਸੁਖਾਵੈ। ਤਦੋਂ ਸਭ ਜਗਿਆਸੂਆਂ ਰੂਪ ਇਸਤਰੀਆਂ ਦੇ ਹਿਰਦੇ ਤੇ ਸਰੀਰ ਵਿੱਚ ਪਤੀ ਪ੍ਰਭੂ ਦਾ ਪ੍ਰੇਮ ਸਿਖਾਉਂਦਾ ਹੈ। ਨਾਨਕ ਵਰਸੈ ਅੰਮ੍ਰਿਤ ਬਾਣੀ। ਆ ਵੇਖੋ, ਸਿੱਧਾ ਹੀ ਮਹਾਰਾਜ ਨੇ ਕਹਿ ਦਿੱਤਾ ਕਿ ਅੰਮ੍ਰਿਤ ਬਾਣੀ ਦੀ ਗੁਰੂ ਰੂਪੀ ਬੱਦਲ ਵਰਖਾ ਕਰਦੇ ਨੇ। ਕਰ ਕਿਰਪਾ ਘਰ ਆਵੈ। ਜਦੋਂ ਕਰਦੇ ਨੇ ਕੀਰਤਨ ਦੀ ਬਾਰਿਸ਼, ਤਦੋਂ ਮਿਹਰ ਦੀ ਦ੍ਰਿਸ਼ਟੀ ਕਰਕੇ ਹਿਰਦੇ ਰੂਪ ਘਰ ਵਿੱਚ ਆ ਕੇ ਸਾਖਿਆਤਕਾਰ ਹੋ ਜਾਂਦੇ ਹਨ। ਇੱਥੇ ਸਮਾਪਤੀ ਹੈ ਜੀ। ਭੁੱਲ ਚੁੱਕ ਖਿਮਾ ਕਰੋ, ਅੱਗੇ ਤੋਂ ਸਮਰਥ ਬਖਸ਼ੋ। ਨਵ ਘਨ ਛਾਏ ਬਰਸ ਸੁਭਾਏ। ਮਨ ਤਨ ਪ੍ਰੇਮ ਸੁਖਾਵੈ। ਨਾਨਕ ਵਰਸੈ ਅੰਮ੍ਰਿਤ ਬਾਣੀ। ਕਰ ਕਿਰਪਾ ਘਰ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।